ਦੋਸਤੋ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਜੀ। LLQP ਦੇ ਜਿਹੜੇ ਕੋਰਸਿਸ ਸੀ, ਮਾਫੀ ਚਾਹਾਂਗਾ ਕਿ ਕਾਫੀ ਦਿਨਾਂ ਦੇ ਬਾਅਦ ਜਿਹੜਾ ਹੈ ਉਹ ਆਪਾਂ ਇਹ ਨਵੀਂ ਵੀਡੀਓ ਪਾ ਰਹੇ ਹਾਂ ਜੀ। 6 ਚੈਪਟਰ ਜੀ ਮੈਂ ਆਲਰੇਡੀ ਪਾ ਚੁੱਕਿਆ ਹੈਗਾ ਅਤੇ 7ਵਾਂ ਚੈਪਟਰ ਹੈ। ਅੱਜ ਆਪਾਂ 7ਵੇਂ ਚੈਪਟਰ ਦੀ ਥੋੜ੍ਹੀ ਜਿਹੀ ਗੱਲ ਕਰਾਂਗੇ। ਥੋੜ੍ਹਾ ਜਿਹਾ ਟੈਕਨੀਕਲ ਜਿਹਾ ਹੈਗਾ। ਇਹਦੇ ਵਿੱਚ ਚੈਪਟਰ ਵਿੱਚ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਨੂੰ ਕਿਸ ਤਰ੍ਹਾਂ ਦਾ ਟੈਕਸ ਜਿਹੜੇ ਹਨ ਉਹ ਲੱਗਦੇ ਨੇ, ਕਿਸ ਤਰ੍ਹਾਂ ਟੈਕਸ ਕੈਲਕੂਲੇਸ਼ਨ ਹੁੰਦੀ ਹੈ, ਉਹਦੇ ਬਾਰੇ ਇਹਦੇ 'ਚ ਮੋਟੇ ਤੌਰ 'ਤੇ ਥੋੜ੍ਹੀ ਜਿਹੀ ਜਾਣਕਾਰੀ ਦਿੱਤੀ ਗਈ ਹੈ। ਪੜ੍ਹ ਲੈਣਾ। ਵੈਸੇ ਬਹੁਤ ਜ਼ਿਆਦਾ ਕੁਐਸਚਨ, ਇੱਕ ਦੋ ਕੁਐਸਚਨ ਤਾਂ ਇਹਦੇ ਵਿੱਚ ਜ਼ਰੂਰ ਆਉਂਦਾ ਹੈਗਾ, ਉਹੀ ਮੈਂ ਤੁਹਾਨੂੰ ਦੱਸ ਦਿਆਂਗਾ ਅੱਗੇ ਜਾ ਕੇ ਕਿ ਕਿਸ ਤਰ੍ਹਾਂ ਦਾ ਕੁਐਸਚਨ ਇਹਦੇ ਵਿੱਚੋਂ ਆਉਣ ਵਾਲਾ ਹੈਗਾ। ਇਹਦੇ 'ਚ ਕਾਫੀ ਨਵੇਂ ਪੁਰਾਣੇ ਜਿਹੜੇ ਲਾਜ਼ ਹੈਗੇ ਨੇ ਉਹਨਾਂ ਦੀ ਗੱਲਬਾਤ ਕੀਤੀ ਗਈ ਹੈ, ਪਰ ਉਹ ਆਪਾਂ ਬਹੁਤਾ ਕੁਛ ਯਾਦ ਰੱਖਣ ਦੀ ਬਜਾਏ ਆਪਾਂ ਸਿਰਫ ਇੱਕ ਚੀਜ਼ ਜਿਹੜੀ ਹੈ ਯਾਦ ਰੱਖਣੀ ਹੈਗੀ ਕਿ ਕਿਹੜੀ ਅਮਾਊਂਟ 'ਤੇ ਟੈਕਸ ਲੱਗਦਾ ਅਤੇ ਕਿਹੜੀ 'ਤੇ ਨਹੀਂ ਲੱਗਦਾ ਹੈਗਾ। ਮੋਟੇ ਤੌਰ 'ਤੇ ਜੇ ਆਪਾਂ ਵੇਖੀਏ ਤਾਂ ਜੋ ਵੀ ਡੈਥ ਬੈਨੀਫਿਟ ਮਿਲਦਾ ਉਹ ਟੈਕਸ ਫਰੀ ਹੁੰਦਾ। ਮੇਰੇ ਖਿਆਲ ਆਲ ਓਵਰ ਵਰਲਡ ਦੇ ਵਿੱਚ ਜਿਹੜਾ ਕੋਈ ਵੀ ਜਿਹੜਾ ਡੈਥ ਬੈਨੀਫਿਟ ਕਿਸੇ ਨੂੰ ਮਿਲਦਾ ਤਾਂ ਮੋਟੇ ਤੌਰ 'ਤੇ ਆਮ ਤੌਰ 'ਤੇ ਕੀ ਹੁੰਦਾ ਕਿ ਟੈਕਸ ਫਰੀ ਹੀ ਹੁੰਦਾ, ਉਹ 'ਤੇ ਕੋਈ ਟੈਕਸ ਨਹੀਂ ਲੱਗਦਾ ਹੈਗਾ। ਤਾਂ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਇਨਫਲੂਐਂਸ ਕਰਦੀਆਂ ਨੇ ਟੈਕਸ ਕੈਲਕੂਲੇਸ਼ਨ ਦੇ ਵਿੱਚ। ਕੀ ਕੰਸੈਪਟ ਟੈਕਸ ਫਰੀ ਨੇਚਰ ਆਫ ਡੈਥ ਬੈਨੀਫਿਟ ਪਾਲਿਸੀ ਡਿਸਪੋਜੀਸ਼ਨ। ਪਾਲਿਸੀ ਡਿਸਪੋਜੀਸ਼ਨ ਦਾ ਮਤਲਬ ਹੁੰਦਾ ਕਿ ਜਦੋਂ ਪਾਲਿਸੀ ਨੂੰ ਆਪਾਂ ਬੰਦ ਕਰ ਦਿੰਦੇ ਹੈਗੇ ਆ, ਜਾਂ ਕੋਈ ਵੀ ਉਹਦੇ 'ਚ ਚੇਂਜਸ ਕਰਦੇ ਹਾਂ, ਜਾਂ ਮੈਂ ਆਪਣੀ ਓਨਰਸ਼ਿਪ ਕਿਸੇ ਦੂਸਰੇ ਨੂੰ ਟਰਾਂਸਫਰ ਕਰ ਦਿੰਦਾ ਅਤੇ ਗੌਰਮੈਂਟ ਉਹਨੂੰ ਇਹ ਸਮਝਦੀ ਹੈ ਕਿ ਤੁਸੀਂ ਪਾਲਿਸੀ ਨੂੰ ਸੈਟਲਡ ਕਰ ਦਿੱਤਾ ਹੈਗਾ। ਇੱਕ ਤਾਂ ਹੁੰਦਾ ਨਾ ਮੈਚੋਰਿਟੀ ਦੇ ਉੱਤੇ ਕਈ ਤਰੀਕਿਆਂ ਦੇ ਨਾਲ ਪਾਲਿਸੀ ਜਿਹੜੀ ਹੈ ਵੀ ਉਹ ਖਤਮ ਹੁੰਦੀ ਹੈਗੀ ਹੈ ਤੁਹਾਡੀ ਓਨਰਸ਼ਿਪ ਉਹਦੇ 'ਤੇ। ਇੱਕ ਤਾਂ ਹੈ ਕਿ ਬੰਦੇ ਦੀ ਡੈਥ ਹੋ ਗਈ ਅਤੇ ਉਹ ਪਾਲਿਸੀ ਸੈਟਲਡ ਹੋ ਗਈ, ਉਹ 'ਤੇ ਫਿਰ ਟੈਕਸ ਬਣਦਾ ਕਿ ਨਹੀਂ ਬਣਦਾ ਉਹ ਗੌਰਮੈਂਟ ਦੇਖਦੀ ਹੈਗੀ ਆ। ਦੂਸਰੇ ਨੰਬਰ 'ਤੇ ਹੁੰਦਾ ਕਿ ਪਾਲਿਸੀ ਮੈਂ ਆਪਣੀ ਓਨਰਸ਼ਿਪ ਕਿਸੇ ਦੂਸਰੇ ਨੂੰ ਟਰਾਂਸਫਰ ਕਰ ਦਿੱਤੀ ਅਤੇ ਉਹਦੇ 'ਤੇ ਟੈਕਸ ਇੰਪਲੀਕੇਸ਼ਨਸ ਕੀ ਹੈ ਗੌਰਮੈਂਟ ਉਹ ਵੀ ਚੈੱਕ ਕਰਦੀ ਹੈਗੀ ਆ। ਤੀਜੀ ਚੀਜ਼ ਹੁੰਦੀ ਹੈ ਕਿ ਮੈਂ ਪਾਲਿਸੀ ਮੇਰੀ ਮੈਚੋਰ ਹੋ ਗਈ ਜਾਂ ਮੈਂ ਪ੍ਰੀ ਮੈਚੋਰ ਜਿਹੜੀ ਹੈ ਵਿਡਰਾਲ ਕਰ ਲਈ, ਉਹਦੇ 'ਤੇ ਮੈਨੂੰ ਜਿਹੜੇ ਗੇਨ ਹੋਏ ਨੇ ਪਾਲਿਸੀ ਗੇਨ, ਅਤੇ ਉਹਦੇ 'ਤੇ ਟੈਕਸ ਬਣਦਾ ਜਾਂ ਨਹੀਂ ਬਣਦਾ, ਇਸ ਚੈਪਟਰ ਦੇ ਵਿੱਚ ਇਹ ਵੀ ਡਿਸਕਸ ਕੀਤਾ ਗਿਆ। ਐਡਜਸਟਡ ਕਾਸਟ ਬੇਸਿਸ, ACB ਇਹਨੂੰ ਕਹਿੰਦੇ ਨੇ। ਦੈਟ ਮੀਨਸ ਕਿ ਜਿਹੜੀ ਮੇਰੀ ਪਾਲਿਸੀ ਹੈ, ਇੰਸ਼ੋਰੈਂਸ ਹੈ, ਉਹਨੂੰ ਚਲਾਉਣ ਵਾਸਤੇ ਮੈਨੂੰ ਕੀ ਕਾਸਟ ਜਿਹੜੀ ਹੈ ਦੇਣੀ ਪਈ, ਅਤੇ ਇਹਦੇ ਵਿੱਚ ਬਹੁਤ ਹੀ ਜ਼ਿਆਦੀਆਂ ਚੀਜ਼ਾਂ ਕਾਊਂਟ ਕੀਤੀਆਂ ਜਾਂਦੀਆਂ ਨੇ। ਆਪਾਂ ਉਹਦੀ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਕਿ ਹਾਊ ACB ਇਜ਼ ਕੈਲਕੂਲੇਟਡ, ਪਰ ਜਦੋਂ ਵੀ ਤੁਸੀਂ ਕੋਈ ਪਾਲਿਸੀ ਸਰੈਂਡਰ ਕਰਦੇ ਹੋ, ਲੋਨ ਲੈਂਦੇ ਹੋ, ਜਾਂ ਤੁਸੀਂ ਬੰਦ ਹੁੰਦੀ ਹੈ ਜਾਂ ਮੈਚਿਓਰ ਹੁੰਦੀ ਪਾਲਿਸੀ ਤੁਹਾਡੀ, ਅਤੇ ਹਮੇਸ਼ਾ ਕੰਪਨੀ, ਇੰਸ਼ੋਰੈਂਸ ਕੰਪਨੀ ਜਿਹੜੀ ਹੈ ਉਹ ਕੈਲਕੂਲੇਟ ਜਿਹੜੀ ਹੈ ਕੰਪਿਊਟਰਾਈਜ਼ਡ ਸਿਸਟਮ ਦੇ ਨਾਲ ਕੈਲਕੂਲੇਟ ਕਰਕੇ ਤੁਹਾਨੂੰ ਦੱਸਦੇ ਆ ਕਿ ਉਹਦੀ ACB ਕਿੰਨੀ ਸੀ। ਦੈਟ ਅੱਗੇ ਐਗਜ਼ਾਮਪਲ ਦੇ ਵਿੱਚ ਜ਼ਿਆਦਾ ਕਲੀਅਰ ਹੋ ਜਾਏਗਾ, ਅਤੇ ਆਪਾਂ ਅੱਗੇ ਚੱਲਦੇ ਹਾਂ। ਆਮ ਤੌਰ 'ਤੇ ਜਿਵੇਂ ਮੈਂ ਗੱਲ ਕੀਤੀ ਹੈ ਕਿ ਟੈਕਸ ਫਰੀ ਡੈਥ ਬੈਨੀਫਿਟ ਹੁੰਦਾ ਹੈਗਾ। ਸੁਸਾਨ ਬੌਟ ਏ 500,000 ਟੂ ਹੋਲ ਲਾਈਫ ਪਾਲਿਸੀ ਔਨ ਹਰ ਹਸਬੈਂਡ। ਆਪਣੇ ਹਸਬੈਂਡ ਦੇ ਜਿਹੜੀ ਹੈ ਨਾਂ 'ਤੇ, ਹੁਣ ਸੁਸਾਨ ਕੀ ਹੈ ਕਿ ਕੁੜੀ ਹੈ, ਉਹਨੇ ਆਪਣੇ ਹਸਬੈਂਡ ਦੇ ਨਾਂ 'ਤੇ 5 ਲੱਖ ਦੀ ਪਾਲਿਸੀ ਲਈ। ਐਂਡਰਿਊ ਉਹਦਾ ਨਾਂ ਸੀ। ਥੋੜ੍ਹੇ ਕੁ ਮਹੀਨੇ ਪਹਿਲਾਂ ਉਹਨੇ ਲਈ ਅਤੇ ਉਹਨੇ $2300 ਹੁਣ ਤੱਕ ਪ੍ਰੀਮੀਅਮ ਦੇ ਪੇ ਕੀਤੇ ਸੀ। ਅਨਫੋਰਚੂਨੇਟਲੀ ਉਹਦੇ ਹਸਬੈਂਡ ਐਂਡਰਿਊ ਦੀ ਜਿਹੜੀ ਹੈ ਡੈਥ ਹੋ ਗਈ, ਅਤੇ ਸੁਸਾਨ ਸੀ ਉਹਨੂੰ ਜਿਹੜਾ ਉਹ ਡੈਥ ਬੈਨੀਫਿਟ 500,000 ਦਾ ਜਿਹੜਾ ਮਿਲਿਆ, $500,000 ਦਾ ਜਿਹੜਾ ਉਹਨੂੰ ਡੈਥ ਬੈਨੀਫਿਟ ਮਿਲਿਆ, ਉਹ ਟੈਕਸ ਫਰੀ ਹੋਏਗਾ। ਇਹਦੇ 'ਤੇ ਕੋਈ ਵੀ ਜਿਹੜਾ ਟੈਕਸ ਨਹੀਂ ਲੱਗੇਗਾ। ਕੁਛ ਇਸ ਤਰ੍ਹਾਂ ਦੀਆਂ ਪਾਲਿਸੀਆਂ ਹੁੰਦੀਆਂ ਜਿਵੇਂ UL ਪਾਲਿਸੀਆਂ ਹੁੰਦੀਆਂ, ਉਹਦੇ ਵਿੱਚ ਇਹ ਵੀ ਕਿਹਾ ਜਾਂਦਾ ਹੈਗਾ ਕਿ ਜਿਹੜਾ ਸਮ ਇੰਸ਼ੋਰਡ ਹੈਗਾ, ਜਿਹੜਾ ਇੰਸ਼ੋਰਡ ਅਮਾਊਂਟ ਹੈਗੀ, ਜਿਵੇਂ $500,000 ਸੀ ਉੱਪਰ ਵਾਲੇ ਕੇਸ ਦੇ ਵਿੱਚ, ਉਹ ਪਲੱਸ ਅਗਰ UL ਪਾਲਿਸੀ ਵਿੱਚ ਤੁਹਾਡੇ ਕੋਲ ਫੰਡ ਪਏ ਨੇ, ਦੈਟ ਮੀਨਸ ਕਿ ਕਿਊਮੂਲੇਟ ਹੋਏ ਨੇ, ਤੁਹਾਡੇ ਫੰਡ ਦੀ ਕੋਈ ਵੈਲਿਊ, ਅਕਾਊਂਟ ਵੈਲਿਊ ਉਹਦੇ ਵਿੱਚ ਪਈ ਹੈ, ਤਾਂ ਉਹ ਵੀ ਤੁਹਾਨੂੰ ਨਾਲ ਮਿਲਦੀ ਹੈਗੀ ਆ। ਜਿਵੇਂ ਕਿ ਮਤਲਬ ਇਸ ਐਗਜ਼ਾਮਪਲ ਦੇ ਵਿੱਚ ਸਮਝਾਇਆ ਗਿਆ ਕਿ ਕਾਰਲ ਨੇ $1,00,000 ਦੀ ਜਿਹੜੀ ਆ ਉਹ UL ਪਾਲਿਸੀ ਲਈ, ਯੂਨੀਵਰਸਲ ਲਾਈਫ ਪਾਲਿਸੀ ਲਈ, ਇਹ ਪਿਛਲੇ ਚੈਪਟਰਾਂ ਦੇ ਵਿੱਚ ਤੁਸੀਂ ਪੜ੍ਹ ਚੁੱਕੇ ਹੈਗੇ ਹੋ, ਅਤੇ 6 ਸਾਲ ਪਹਿਲਾਂ ਉਹਨੇ ਲਈ ਸੀ, ਅਤੇ ਉਹਦੀ ਵਾਈਫ ਨੂੰ ਉਹਨੇ ਜਿਹੜਾ ਬੈਨੀਫਿਸ਼ਰੀ ਬਣਾਇਆ ਸੀ। ਕਾਰਲ ਨੇ ਆਪਣੀ $1,00,000 ਦੀ UL ਪਾਲਿਸੀ ਲਈ ਅਤੇ ਆਪਣੀ ਬੈਨੀਫਿਸ਼ਰੀ ਆਪਣੀ ਵਾਈਫ ਨੂੰ ਬਣਾਇਆ। ਪਾਲਿਸੀ
ਦੇ ਜਿਹੜਾ ਸੀ ਉਹ ਕੀ ਪਾਲਿਸੀ ਇਸ ਤਰ੍ਹਾਂ ਦੀ ਸੀ ਕਿ ਜਿਹੜਾ ਸਮ ਇੰਸ਼ੋਰਡ ਹੈ 1 ਲੱਖ ਪਲੱਸ ਜਿਹੜੀ ਆ ਉਹ ਅਕਾਊਂਟ ਵੈਲਿਊ ਵੀ ਉਹਦੇ ਫੰਡ ਕਿੰਨੇ ਇਕੱਠੇ ਹੋਏ ਨੇ, ਕਿਉਂ ਤੁਹਾਨੂੰ ਪਤਾ ਕਿ ਯੂਐਲ ਪਾਲਿਸੀ ਦੇ ਵਿੱਚ ਤੁਸੀਂ ਐਕਸਟਰਾ ਪੈਸੇ ਵੀ ਪਾ ਸਕਦੇ ਹੈਗੇ ਹੋ, ਜਿੰਨਾ ਰਿਕੁਆਇਰਡ ਪ੍ਰੀਮੀਅਮ ਹੈਗਾ ਮਿਨੀਮਮ ਉਹ ਤੋਂ ਜ਼ਿਆਦਾ ਵੀ ਤੁਸੀਂ ਉਹਦੇ ਵਿੱਚ ਪੈਸੇ ਪਾ ਸਕਦੇ ਹੈਗੇ ਹੋ। ਦੈਟ ਮੀਨਸ ਸਮ ਅਮਾਊਂਟ ਇਜ਼ ਇਨਵੈਸਟਡ ਯੂਐਲ ਪਾਲਿਸੀ ਦੇ ਵਿੱਚ, ਕੁਛ ਅਮਾਊਂਟ ਤੁਹਾਡੀ ਇਨਵੈਸਟ ਵੀ ਹੁੰਦੀ ਹੈ ਅਤੇ ਉਹਦੇ ਨਾਲ ਜਿਹੜੀ ਕੈਸ਼ ਵੈਲਿਊ ਬਣਦੀ ਰਹਿੰਦੀ ਹੈਗੀ ਆ। ਹੁਣ ਤੱਕ ਉਹ ਕਹਿੰਦਾ ਉਹਨੇ $9250 ਜਿਹੜੇ ਆ ਨਾ ਪ੍ਰੀਮੀਅਮ ਦੇ ਵਿੱਚ ਪੇ ਕੀਤੇ ਸੀ, ਪਰ ਕਿਉਂਕਿ ਉਹਦੇ ਵਿੱਚ ਇੰਸ਼ੋਰੈਂਸ ਕਾਸਟ ਵੀ ਸੀ ਅਤੇ ਜਿਹੜਾ ਉਹਦਾ ਅਕਾਊਂਟ ਦਾ ਬੈਲੈਂਸ ਸੀ ਉਦੋਂ ਨੂੰ $2993 ਉਹ ਸ਼ੋਅ ਕਰ ਰਿਹਾ ਸੀ। ਠੀਕ ਹੈ, ਹੁਣ ਕਾਰਲ ਦੀ ਡੈਥ ਹੋ ਗਈ ਅਤੇ ਉਹਦੀ ਵਾਈਫ ਨੂੰ $1,02,993 ਮਿਲਣੇ ਨੇ। ਹੁਣ 1 ਲੱਖ ਤੇ ਉਹਦੀ ਜਿਹੜਾ ਸਮ ਇੰਸ਼ੋਰਡ ਸੀ ਅਤੇ $2993 ਉਹਦੇ ਅਕਾਊਂਟ ਦੇ ਵਿੱਚ ਵੈਸੇ ਪੈਸੇ ਗਰੋ ਕੀਤੇ ਹੋਏ ਸੀ, ਜਿਹੜਾ ਉਹ ਇਨਵੈਸਟਮੈਂਟ ਕਰ ਰਿਹਾ ਸੀ ਉਹ ਗਰੋ ਕਰਕੇ ਜਾਂ ਕਿਊਮੂਲੇਟ ਹੋ ਕੇ ਇਕੱਠੇ ਹੋ ਕੇ $2993 ਉਹ ਵੀ ਪਏ ਸੀ। ਹੁਣ ਉਹਦੀ ਵਾਈਫ ਨੂੰ ਜਦੋਂ $1,02,993 ਮਿਲਣਾ ਤੇ ਟੈਕਸ ਫਰੀ ਮਿਲਣੇ ਨੇ, ਇਹਦੇ ਤੇ ਕੋਈ ਵੀ ਟੈਕਸ ਨਹੀਂ ਲੱਗਣਾ ਹੈਗਾ। ਤੋ ਇਹ ਆਪਾਂ ਜ਼ਰੂਰ ਦਿਮਾਗ ਦੇ ਵਿੱਚ ਬਿਠਾ ਕੇ ਰੱਖਣਾ ਕਿ ਜਦੋਂ ਡੈਥ ਕਲੇਮ ਹੁੰਦਾ ਮੋਸਟਲੀ ਜਿਹੜਾ ਹੈਗਾ ਉਹ ਟੈਕਸ ਫਰੀ ਹੁੰਦਾ, ਉਹ 'ਚ ਕੋਈ ਟੈਕਸ ਨਹੀਂ ਲੱਗਦਾ ਹੈਗਾ। ਪਾਲਿਸੀ ਡਿਸਪੋਜੀਸ਼ਨ ਦੀ ਜਿਵੇਂ ਆਪਾਂ ਗੱਲ ਪਹਿਲਾਂ ਥੋੜ੍ਹੀ ਜਿਹੀ ਮੈਂ ਕੀਤੀ ਹੈਗੀ ਹੈ ਕਿ ਜਦੋਂ ਤੁਸੀਂ ਪਾਲਿਸੀ ਨੂੰ ਸਰੈਂਡਰ ਕਰ ਦਿੰਦੇ ਹੈ ਕਿ ਉਹ ਪੂਰੀ ਤਰ੍ਹਾਂ ਜਾਂ ਪਾਰਟ ਜਿਹੜਾ ਹੈਗਾ ਵੀ ਕਰ ਦਿੰਦੇ, ਜੇ ਪਾਰਟ ਸਰੈਂਡਰ ਕਿੱਦਾਂ ਹੁੰਦਾ ਹੈਗਾ ਉਹਦੀ ਵੀ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ, ਜਿਵੇਂ ਇੱਥੇ ਗੱਲ ਕੀਤੀ ਤੇ ਰਿਪੀਟ ਹੋ ਜਾਣੀ ਅੱਗੇ ਜਾ ਕੇ। ਅਤੇ ਇਸੇ ਤਰ੍ਹਾਂ ਜੇ ਪਾਲਿਸੀ ਤੁਸੀਂ ਪੈਸੇ ਉਹਦੇ ਵਿੱਚ ਵਿਡਰਾਅ ਕਰਦੇ ਹੋ ਜਾਂ ਪਾਲਿਸੀ ਦੇ ਜਿਹੜਾ ਉਹਦੇ ਉੱਤੇ ਲੋਨ ਲੈਂਦੇ ਹੈਗੇ ਹੋ ਜਾਂ ਤੁਸੀਂ ਜਿਹੜਾ ਹੈਗਾ ਕਿ ਪਾਰਟੀਸਪੇਟਿੰਗ ਪਾਲਿਸੀ ਕੀਤੀ ਹੈ ਤਾਂ ਉਹਦੇ ਵਿੱਚ ਤੁਹਾਨੂੰ ਡਿਵੀਡੈਂਡਸ ਮਿਲਦੇ ਹੈਗੇ ਨੇ, ਜਾਂ ਪਾਲਿਸੀ ਜਿਹੜੀ ਹੈ ਨੋਨ ਐਗਜ਼ੈਂਪਟ ਬਣ ਜਾਂਦੀ ਹੈਗੀ ਆ। ਨੋਨ ਐਗਜ਼ੈਂਪਟ ਇਹ ਥੋੜ੍ਹਾ ਜਿਹਾ ਇਹਦੇ 'ਚ ਇਸੇ ਚੈਪਟਰ ਦੇ ਵਿੱਚ ਥੋੜ੍ਹਾ ਜਿਹਾ ਔਖਾ ਕੰਮ ਹੈਗਾ, ਪਰ ਆਪਾਂ ਫਿਰ ਵੀ ਇਹਨੂੰ ਸਮਝਣ ਦੀ ਥੋੜ੍ਹੀ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ। ਫਿਰ ਪਾਲਿਸੀ ਹੋਲਡਰ ਐਬਸੋਲੂਟਲੀ ਅਸਾਈਨਸ ਔਰ ਟ੍ਰਾਂਸਫਰ ਓਨਰਸ਼ਿਪ ਆਪਣੀ ਪਾਲਿਸੀ ਜਿਹੜੀ ਹੈਗੀ ਆ ਉਹ ਦੂਸਰੇ ਨੂੰ ਕਰ ਦਿੰਦਾ। ਇਹ ਵੀ ਜਦੋਂ ਜਿਵੇਂ ਤੁਸੀਂ ਅੱਗੇ ਕੋਰਸ ਪੂਰਾ ਕਰੋਗੇ ਤੁਹਾਨੂੰ ਆਪੇ ਕਲੀਅਰ ਹੋ ਜਾਣਾ ਵੀ ਆਪਣੀ ਪਾਲਿਸੀ ਮੈਂ ਦੂਸਰੇ ਨੂੰ ਕਿੱਦਾਂ ਉਹਦਾ ਓਨਰ ਬਣਾ ਸਕਦਾ ਹੈਗਾ। ਇਹ ਹੌਲੀ ਹੌਲੀ ਜਿਹੜਾ ਅੱਗੇ ਜਾ ਕੇ ਤੁਹਾਨੂੰ ਕਲੀਅਰ ਹੋ ਜਾਏਗਾ। ਪਰ ਜਦੋਂ ਮੰਨ ਲਓ ਇੱਕ ਦੀ ਓਨਰਸ਼ਿਪ ਦੂਸਰੇ ਨੂੰ ਟ੍ਰਾਂਸਫਰ ਹੁੰਦੀ ਆ ਤਾਂ ਉਹਦੇ ਵਿੱਚ ਟੈਕਸ ਇੰਪਲੀਕੇਸ਼ਨਸ ਹੁੰਦੇ ਨੇ ਅਤੇ ਉਹਦੇ ਬਾਰੇ ਇਹਦੇ 'ਚ ਚੈਪਟਰ 'ਚ ਥੋੜ੍ਹੀ ਜਿਹੀ ਗੱਲ ਕਰਾਂਗੇ। ਪਾਲਿਸੀ ਹੋਲਡਰ ਜਿਹੜਾ ਹੈਗਾ ਡੈਥ ਹੋ ਗਈ ਆ ਅਤੇ ਪਰ ਇੱਦਾਂ ਹੁੰਦਾ ਕਿ ਜਿਵੇਂ ਮਤਲਬ ਬੱਚਾ ਇੱਕ ਹੈਗਾ ਅਤੇ ਉਹ ਇੰਸ਼ੋਰਡ ਹੈਗਾ ਵੀ ਉਹਦੀ ਇੰਸ਼ੋਰੈਂਸ ਕਰਾਈ ਜਾਏ, ਉਹਦੀ ਡੈਥ ਹੋ ਜਾਂਦੀ ਹੈਗੀ ਆ ਅਤੇ ਉਹਦੇ ਫਾਦਰ ਨੇ ਜਿਹੜੀ ਆ ਉਹ ਓਨਰ ਹੁੰਦਾ ਹੈਗਾ, ਉਹਨੇ ਪਾਲਿਸੀ ਕਰਾਈ ਹੁੰਦੀ। ਮੰਨ ਲਓ ਫਾਦਰ ਦੀ ਡੈਥ ਹੋ ਗਈ, ਉਹ ਓਨਰ ਸੀ ਅਤੇ ਫਿਰ ਉਹ ਤੋਂ ਬਾਅਦ 'ਚ ਓਨਰਸ਼ਿਪ ਜਿਹੜੀ ਆ ਦੂਸਰੇ ਬੰਦੇ ਨੂੰ ਟ੍ਰਾਂਸਫਰ ਹੁੰਦੀ ਆ, ਜੋ ਵੀ ਉਹਨੇ ਡਿਸਾਈਡ ਕੀਤਾ ਹੁੰਦਾ ਪਾਲਿਸੀ ਦੇ ਵਿੱਚ। ਕਈ ਵਾਰੀ ਜਿਹੜਾ ਹੈ ਜਦੋਂ ਤੁਸੀਂ ਅੱਗੇ ਜਾ ਕੇ ਪਾਲਿਸੀਆਂ ਕਰੋ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਉਹ ਪੁੱਛਦੇ ਹੈਗੇ ਨੇ ਕਿ ਪਾਲਿਸੀ ਓਨਰ ਵੀ ਕੌਣ ਹੈਗਾ, ਅਤੇ ਜੇ ਮੰਨ ਲਓ ਉਹਦੀ ਡੈਥ ਹੋ ਜਾਂਦੀ ਤਾਂ ਫਿਰ ਪਾਲਿਸੀ ਓਨਰ ਕਿਹਨੂੰ ਬਣਾਉਣਾ ਹੈਗਾ। ਉਹ ਇੱਦਾਂ ਵੀ ਜਿਹੜਾ ਉਹ ਇਹ ਬੜਾ ਇੰਪੋਰਟੈਂਟ ਚੀਜ਼ ਹੈਗੀ ਆ। ਫਾਦਰ ਅਤੇ ਫਾਦਰ ਅਤੇ ਬੇਟਾ ਨੇ, ਬੇਟੇ ਦੀ ਪਾਲਿਸੀ ਕਰਾਉਣੀ ਹੈ ਜਿਹੜਾ ਕਿ ਮਾਈਨਰ ਹੈ, ਅਤੇ ਫਾਦਰ ਜਿਹੜਾ ਉਸ ਪਾਲਿਸੀ ਦੇ ਵਿੱਚ ਓਨਰ ਹੁੰਦਾ ਹੈਗਾ। ਮੰਨ ਲਓ ਫਾਦਰ ਦੀ ਡੈਥ ਹੋ ਜਾਂਦੀ ਆ ਅਤੇ ਫਿਰ ਉਹਦੀ ਮਦਰ ਜਿਹੜੀ ਆ ਉਹ ਓਨਰ ਬਣ ਜਾਂਦੀ ਹੈ। ਜਦੋਂ ਉਹਦੀ ਮਦਰ ਓਨਰ ਬਣਦੀ ਹੈ ਜਾਂ ਮੰਨ ਲਓ ਬੱਚਾ 18 ਸਾਲ ਪਲੱਸ ਹੋ ਗਿਆ ਤਾਂ ਉਹ ਓਨਰ ਬਣਦਾ, ਤਾਂ ਫਿਰ ਟੈਕਸ ਇੰਪਲੀਕੇਸ਼ਨਸ ਕੀ ਹੋਣਗੇ ਉਹਦੇ ਬਾਰੇ ਵੀ ਇੱਥੇ ਜਿਹੜੀ ਗੱਲ ਕੀਤੀ ਜਾਏਗੀ। ਹੁਣ ਨੰਬਰ 1 ਆ ਜਾਂਦਾ ਕਿ ਪਾਲਿਸੀ ਗੇਨ। ਹੁਣ ਪਾਲਿਸੀ ਦੇ ਉੱਤੇ ਗੇਨ ਕਿੰਨਾ ਹੋਇਆ ਉਹਦੇ ਹਿਸਾਬ ਨਾਲ ਜਿਹੜਾ ਉਹ ਟੈਕਸ ਲੱਗਦਾ ਜਾਂ ਨਹੀਂ ਲੱਗਦਾ ਹੈਗਾ। ਜਿਵੇਂ ਪਾਲਿਸੀ ਗੇਨ ਕੀ ਹੈਗਾ ਕਿ ਮੰਨ ਲਓ ਪਾਲਿਸੀ ਬੰਦੇ ਨੇ ਬੰਦ ਕਰਾਈ ਅਤੇ ਉਹਦੇ ਉੱਤੇ ਜਿਹੜਾ ਹੈਗਾ ਕਿ ਗੌਰਮੈਂਟ ਨੂੰ ਹਿਸਾਬ ਕਿਤਾਬ ਦੇਣਾ ਪੈਂਦਾ। ਅੱਗੇ ਐਗਜ਼ਾਮਪਲ ਦੇ ਵਿੱਚ ਕਲੀਅਰ ਹੋ ਜਾਏਗਾ। ਅਤੇ ਜਿੰਨਾ ਬੰਦੇ ਨੇ ਜਿਹੜਾ ਗੇਨ ਹੋਇਆ ਉਹਨੂੰ ਜਿੰਨੇ ਪੈਸੇ ਮਿਲੇ, ਪਰ ਉਹਦੀ ਉੱਤੇ ਕੋਸਟ ਵੀ ਸੀ, ਕਿਉਂਕਿ ਜਿਹੜੇ ਵੀ ਆਪਾਂ ਪ੍ਰੀਮੀਅਮ ਪੇ ਕਰਦੇ ਹਾਂ ਅਸੀਂ ਟੈਕਸ ਪੇਡ ਡਾਲਰ ਦੇ ਵਿੱਚੋਂ ਪੇ ਕਰਦੇ ਹੈਗੇ ਹਾਂ, ਅਤੇ ਉਹਨੂੰ ਆਪਾਂ ਕਹਿੰਦੇ ACB ਐਡਜਸਟਡ ਕਾਸਟ ਬੇਸਿਸ, ਭਾਵ ਕਿ ਜਿਹੜੀ ਮੰਨ ਲਓ ਕਿ ਮੈਨੂੰ $50,000 ਮਿਲਿਆ ਅਤੇ ਜੇ ਮੇਰਾ ਉੱਥੇ $55,000 ਮੈਂ ਪ੍ਰੀਮੀਅਮ ਹੀ ਦਿੱਤਾ ਸੀ, ਇਹਦਾ ਮਤਲਬ ਮੇਰੀ ਕੋਸਟ ਤਾਂ ਜ਼ਿਆਦਾ ਸੀ, ਮੈਨੂੰ ਸਗੋਂ ਘੱਟ ਮਿਲਿਆ ਤਾਂ ਉਹਦੇ ਮੇਰਾ ਕੋਈ ਟੈਕਸ ਨਹੀਂ ਬਣਨਾ ਹੈਗਾ। ਇਸੇ ਤਰ੍ਹਾਂ ਮੰਨ ਲਓ ਕਿ ਮੇਰਾ ਜੇ ਮੈਨੂੰ $1,00,000 ਮਿਲਿਆ ਪਾਲਿਸੀ ਬੰਦ ਕਰਾ ਕੇ, ਅਤੇ ਜੇ ਮੈਂ 25,000 ਪ੍ਰੀਮੀਅਮ ਦਿੱਤਾ ਸੀ ਅਤੇ ਦੈਟ ਮੀਨ 75,000 ਮੇਰੀ ਜਿਹੜੀ ਆ ਉਹ ਗੇਨ ਹੋ ਗਿਆ।
ਤੇ ਇਸ ਤਰ੍ਹਾਂ ਜਿਹੜਾ ਹੈਗਾ ਉਹ ਟੈਕਸ ਕੈਲਕੂਲੇਟ ਹੁੰਦਾ ਹੈ। ਐਗਜ਼ਾਮਪਲ ਆਪਾਂ ਜ਼ਰੂਰ ਪੜ੍ਹਨੀਆਂ ਹੈਗੀਆਂ, ਤੁਸੀਂ ਵੀ ਜਿਹੜੀਆਂ ਐਗਜ਼ਾਮਪਲਸ ਜ਼ਰੂਰ ਪੜ੍ਹਨੀਆਂ ਹੈਗੀਆਂ, ਥੋੜ੍ਹੀ ਮੇਰੀਆਂ ਗੱਲਾਂ ਸੁਣ ਲਈਆਂ, ਥੋੜ੍ਹੀ ਐਗਜ਼ਾਮਪਲ ਪੜ੍ਹ ਲਈ ਹੋਰ ਡਿਟੇਲ ਦੇ ਵਿੱਚ ਤੁਹਾਨੂੰ ਗੱਲ ਕਲੀਅਰ ਹੋ ਜਾਏਗੀ। ਬਰਾਇਨ ਹੈਗਾ, ਉਹਨੇ ਆਪਣੀ ਪਾਲਿਸੀ ਜਿਹੜੀ ਹੋਲ ਲਾਈਫ ਦੀ ਲਈ ਸੀ ਤਾਂ ਉਹਨੇ ਸਰੈਂਡਰ ਕਰ ਦਿੱਤੀ। ਜਦੋਂ ਉਹਨੇ ਸਰੈਂਡਰ ਕੀਤੀ ਪਾਲਿਸੀ ਹੋਲ ਲਾਈਫ ਤੇ, ਕਿਉਂਕਿ ਤੁਹਾਨੂੰ ਪਤਾ ਟਰਮ ਲਾਈਫ ਦੇ ਵਿੱਚ ਤਾਂ ਕੋਈ ਕੈਸ਼ ਵੈਲਿਊ ਹੁੰਦੀ ਨਹੀਂ, ਇਸ ਹੋਲ ਲਾਈਫ ਹੋਏਗੀ ਜਾਂ ਯੂਨੀਵਰਸਲ ਲਾਈਫ ਹੋਏਗੀ। ਉਹਨੇ ਸਰੈਂਡਰ ਜਦੋਂ ਕੀਤੀ ਪਾਲਿਸੀ ਤਾਂ ਉਹਨੂੰ $46,000 ਮਿਲੇ। ਠੀਕ ਹੈ। ਹੁਣ ਇੰਸ਼ੋਰੈਂਸ ਕੰਪਨੀ ਜਿਹੜਾ ਹੈ ਉਹਨੂੰ ਕਿਹਾ, ਜਦੋਂ ਜਦੋਂ ਉਹ ਵਿਡਰਾਅ ਕਰਦੇ ਨੇ ਤਾਂ ਉਹਦੇ ਵਿੱਚ ਲਿਖਿਆ ਹੁੰਦਾ ਵੀ ACB ਇਹਦੇ 'ਚ ਕਿੰਨੀ ਹੈਗੀ, ਕਿਉਂਕਿ ਜਿਹੜੇ ਟੈਕਸ ਡਿਪਾਰਟਮੈਂਟ ਹੈਗਾ ਉਹ ACB ਤੋਂ ਹੀ ਕੈਲਕੂਲੇਟ ਕਰੇਗਾ ਕਿ ਇਹਨੂੰ ਕਿੰਨਾ ਟੈਕਸ ਲੱਗਣਾ ਹੈਗਾ। ਮੰਨ ਲਓ ਉਹਦੀ ACB ਜਿਹੜੀ ਹੈ ਉਹਦੀ ਕਾਸਟ ਉੱਥੇ $20,000 ਹੋਈ ਸੀ ਤੇ ਮਿਲਿਆ ਉਹਨੂੰ $46,000, ਤੇ ਦੈਟ ਮੀਨਸ ਉਹਨੂੰ $26,000 ਦਾ ਜਿਹੜਾ ਉਹ ਗੇਨ ਹੋਇਆ। ਠੀਕ ਹੈ। ਤੇ ਹੁਣ ਇਹ 100% ਹੀ ਜਿਹੜਾ 26,000 ਜਿਹੜਾ ਉਹਨੂੰ ਗੇਨ ਹੋਇਆ ਉਹ ਟੈਕਸੇਬਲ ਹੈਗਾ। ਠੀਕ ਹੈ। ਉਹਦੀ ਇਨਕਮ ਦੇ ਵਿੱਚ ਪਲੱਸ ਹੋ ਜਾਏਗਾ। ਤੇ ਇੱਥੇ ਜੇ ਮੰਨ ਲਓ ਪਾਲਿਸੀ ਗੇਨ 46,000 ਹੈ, 20,000 ਕਾਸਟ ਸੀ ਉਹਦੀ ACB ਤੇ $26,000 ਉਹਦਾ। ਜਿਹੜਾ ਕੁਐਸਚਨ ਆਉਣਾ ਹੈਗਾ ਮੋਸਟਲੀ ਤੁਸੀਂ ਮਨ 'ਚ ਰੱਖਿਓ ਕਿ ਕੁਐਸਚਨ ਇਹੋ ਹੀ ਆਉਣਾ ਹੈਗਾ ਕਿ ਇੱਦਾਂ ਦੀ ਇੱਕ ਐਗਜ਼ਾਮਪਲ ਦਿੱਤੀ, ਉਹਨੇ ਇੰਨਾ ਪੈਸਾ ਕੀਤਾ, ACB ਉਹਦੀ ਇੰਨੀ ਹੈ ਤੇ ਇੰਨਾ ਉਹਨੂੰ ਪਾਲਿਸੀ ਗੇਨ ਹੋਇਆ ਸੀ, ਤੇ ਤੁਸੀਂ ਦੱਸੋ ਕਿ ਉਹਨੂੰ ਟੈਕਸ ਕਿੰਨਾ ਲੱਗੇਗਾ, ਜਾਂ ਉੱਥੇ ਬ੍ਰੈਕਟ ਵੀ ਦਿੱਤੀ ਹੋਏਗੀ ਕਿ ਉਹਨੂੰ 20% ਟੈਕਸ ਲੱਗਦਾ ਜਾਂ ਉਹਨੂੰ 30% ਲੱਗਦਾ, ਤੇ ਉਹਦੇ 'ਚ ਇਹ ਪੁੱਛਿਆ ਹੋਏਗਾ ਕਿ ਤੁਹਾਨੂੰ ਉਹਨੂੰ ਜਿਹੜਾ ਹੈਗਾ ਟੈਕਸ ਕਿੰਨਾ ਦੇਣਾ ਪਏਗਾ, ਜਾਂ ਇਹ ਹੋਏਗਾ ਕਿ ਕਿੰਨੀ ਅਮਾਊਂਟ ਤੇ ਉਹਨੂੰ ਟੈਕਸ ਲੱਗੇਗਾ ਜੇ ਉਹਦਾ $46,000 ਗੇਨ ਸੀ ਤੇ 20,000 ACB ਸੀ। ਰਕਮਾਂ ਚੇਂਜ ਹੋਣਗੀਆਂ, ਨਾ ਚੇਂਜ ਹੋਣਗੀਆਂ, ਪਰ ਆਹ ਜਿਹੜਾ ਕੁਐਸਚਨ ਜਿਹੜਾ ਹੈਗਾ ਜੇ ਤੁਸੀਂ ਸਮਝ ਗਏ ਤੇ ਇਹ ਚੈਪਟਰ ਦਾ ਸਮਝ ਲਓ ਤੁਹਾਡਾ ਪੇਪਰ ਵਾਲਾ ਜਿਹੜਾ ਉਹ ਟੈਨਸ਼ਨ ਖਤਮ ਹੋ ਜਾਏਗੀ। ਤੋ ਇਹ ਜ਼ਰੂਰ ਸਮਝਣਾ, ਨਹੀਂ ਸਮਝ ਲੱਗਿਆ ਤੁਸੀਂ ਮੈਨੂੰ ਈਮੇਲ ਕਰ ਦੇਣਾ ਸਤਵਿੰਦਰ ਵੀ ਦੇ ਨਾਲ ਪਾ ਕੇ satvinder.insurance@gmail.com ਤੇ ਤੁਸੀਂ ਕੋਈ ਵੀ ਕੁਐਸਚਨ ਜਿਹੜਾ ਹੈ ਮੈਨੂੰ ਕਰ ਸਕਦੇ ਹੈਗੇ ਹੋ, ਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਇਮੀਡੀਏਟਲੀ ਤੁਹਾਨੂੰ ਉਹਦਾ ਜਵਾਬ ਦੇਵਾਂ। ਤੋ ਐਡਜਸਟਡ ਕਾਸਟ ਬੇਸ ਜਿਹੜਾ ਹੈਗਾ ਨਾ ਇਹ ਬੜਾ ਕੰਪਲੀਕੇਟਡ ਹੈ, ਇਹ 'ਚ ਕਈ ਕੁਛ ਹੀ ਜਿਹੜਾ ਹੈਗਾ ਕੋਈ ਕੰਪਨੀ ਪਾਉਂਦੀ ਹੈਗੀ ਆ, ਤੇ ਇਹਨੂੰ ਆਪਾਂ ਜਿਹੜਾ ਹੈਗਾ ਕਿ ਬਹੁਤਾ ਅਹਿਮੀਅਤ ਨਹੀਂ ਦੇਣੀ, ਬਸ ਆਪਾਂ ਇਹ ਯਾਦ ਰੱਖਣਾ ACB ਹੁੰਦੀ ਹੈਗੀ ਆ। ਕਿ ਇੱਥੇ ਪੇਪਰ ਦੇ ਵਿੱਚ ਇੱਥੇ ਸੋਰੀ ਸਿਲੇਬਸ ਦੇ ਵਿੱਚ ਜ਼ਰੂਰ ਮੈਂਸ਼ਨ ਕੀਤਾ ਗਿਆ ਹੈਗਾ ਕਿ ਕਿਸ ਤਰ੍ਹਾਂ ਉਹ ਕੈਲਕੂਲੇਟ ਹੁੰਦੀ ਆ, ਪਰ ਆਪਾਂ ਨੂੰ ਬਹੁਤਾ ਕੁਛ ਇਹਦੇ 'ਚ ਯਾਦ ਰੱਖਣ ਦੀ ਲੋੜ ਨਹੀਂ ਹੈਗੀ। ਉਹਦੇ ਵਿੱਚ ਸਾਰੀਆਂ ਚੀਜ਼ਾਂ ਵੇਖੀਆਂ ਜਾਂਦੀਆਂ ਹੈਗੀਆਂ ਕਿ ਪਾਲਿਸੀ ਕਦੋਂ ਖਰੀਦੀ, ਚੇਂਜ ਹੋਈ ਸੀ ਜਾਂ ਟਰਾਂਸਫਰ ਹੋਈ ਸੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕੰਸੀਡਰ ਕੀਤੀਆਂ ਜਾਂਦੀਆਂ ਹੈਗੀਆਂ। ਤੇ ਇਹਦੇ 'ਚ ਗਵਰਨਮੈਂਟ ਨੇ ਕੀ ਕੀਤਾ ਕਿ ਪਹਿਲਾਂ ਲੋਕੀ ਨਾ ਇਹਨੂੰ ਮਿਸਯੂਜ਼ ਕਰਦੇ ਸੀ, ਜਿਵੇਂ ਮੈਂ ਗੱਲ ਕੀਤੀ ਹੈ ਕਿ ਆਮ ਤੌਰ 'ਤੇ ਜਿਹੜਾ ਇੰਸ਼ੋਰੈਂਸ ਜਿਹੜਾ ਵੀ ਆਪਾਂ ਕਲੇਮ ਲੈਂਦੇ ਹੈਗੇ ਆ ਉਹਦੇ 'ਤੇ ਕੋਈ ਵੀ ਟੈਕਸ ਨਹੀਂ ਲੱਗਦਾ ਹੈਗਾ, ਖਾਸ ਕਰਕੇ ਡੈਥ ਬੈਨੀਫਿਟ ਦੇ ਵਿੱਚ। ਵੀ ਲੋਕੀ ਇਹਨੂੰ ਮਿਸਯੂਜ਼ ਕਰਦੇ ਸੀ ਵੀ ਟੂ ਮੱਚ ਪੈਸਾ ਪਾ ਦੇਣਾ ਉਹਦੇ ਵਿੱਚ, ਜਿੰਨਾ ਵੀ ਹੈਗਾ ਪਾ ਦੇਣਾ ਕਿ ਮੇਰੇ ਬੱਚਿਆਂ ਨੂੰ ਮਿਲੇਗਾ ਤਾਂ ਉਹਨਾਂ ਨੂੰ ਟੈਕਸ ਫ੍ਰੀ ਮਿਲ ਜਾਏਗਾ, ਅਦਰਵਾਈਜ਼ ਮੈਂ ਬੱਚਿਆਂ ਨੂੰ ਪੇ ਕਰਾਂਗਾ ਤੇ ਉਹ ਕੀ ਹੋਏਗਾ ਕਿ ਮੈਨੂੰ ਉਹ ਮੇਰੇ ਬੱਚਿਆਂ ਨੂੰ ਜਿਹੜਾ ਹੈਗਾ ਵੀ ਟੈਕਸ ਦੇਣਾ ਪਏਗਾ। ਤੇ ਉਹਨੂੰ ਲੋਕੀ ਇਸ ਜਿਹੜੀ ਇੰਸ਼ੋਰੈਂਸ ਨੂੰ ਮਿਸਯੂਜ਼ ਕਰਦੇ ਸੀ, ਤੇ ਫਿਰ ਜਿਹੜਾ ਗਵਰਨਮੈਂਟ ਨੇ ਲਾਅ ਬਣਾਏ, ਉਹਨਾਂ ਨੇ ਫਿਰ ਡਿਸਾਈਡ ਕੀਤਾ ਵੀ ਗਰੁੱਪ 1, 2 ਤੇ 3 ਉਹਨਾਂ ਨੇ ਪਾਲਿਸੀਆਂ ਬਣਾ ਦਿੱਤੀਆਂ, ਤੇ ਉਹਦੇ ਹਿਸਾਬ ਨਾਲ ਜਿਹੜਾ ਉਹਨਾਂ ਨੇ ਫਿਰ ਕਈ ਟੈਕਸ ਰੂਲ ਬਣਾਏ ਹੈਗੇ ਨੇ ਜੋ ਇਹਦੇ 'ਚ ਮੈਂਸ਼ਨ ਕੀਤੇ ਨੇ। ਪਰ ਮੈਂ ਚਾਹਾਂਗਾ ਕਿ ਬਹੁਤਾ ਜਿਹੜਾ ਹੈਗਾ ਵੀ ਇਹਦੇ 'ਤੇ ਦਿਮਾਗ ਲਗਾਉਣ ਦੀ ਲੋੜ ਨਹੀਂ ਹੈਗੀ, ਕਿਉਂਕਿ ਪੁਰਾਣੀਆਂ ਗੱਲਾਂ ਹੋ ਗਈਆਂ। ਤੇ ਪਾਲਿਸੀਜ਼ ਆਰ ਗਰੁੱਪ 1 ਵਿੱਚ ਪਾਲਿਸੀਆਂ ਉਹ ਹੁੰਦੀਆਂ ਜਿਹੜੀਆਂ ਦਸੰਬਰ 1982 ਤੋਂ ਜਿਹੜੀਆਂ ਪਹਿਲਾਂ ਦੀਆਂ ਜਿਹੜੀਆਂ ਇਸ਼ੂ ਕੀਤੀਆਂ ਗਈਆਂ ਤੇ ਪਰ ਟਰਾਂਸਫਰ ਨਹੀਂ ਹੋਈਆਂ ਹੈਗੀਆਂ, ਹੈ ਨਾ, ਕਿਉਂਕਿ ਜਦੋਂ ਟਰਾਂਸਫਰ ਹੋ ਜਾਂਦੀ ਫਿਰ ਨਵੀਂ ਪਾਲਿਸੀ ਗਿਣੀ ਜਾਂਦੀ ਹੈਗੀ ਆ। ਇਸੇ ਤਰ੍ਹਾਂ ਗਰੁੱਪ 2 ਦੇ ਵਿੱਚ ਪਾਲਿਸੀਆਂ ਉਹ ਜਿਹੜੀਆਂ ਕਿ 1 ਦਸੰਬਰ 2082 ਤੋਂ ਬਾਅਦ ਦੇ ਵਿੱਚ ਜਿਹੜੀਆਂ ਇਸ਼ੂ ਹੋਈਆਂ ਜਾਂ ਐਕਵਾਇਰ ਕੀਤੀਆਂ ਗਈਆਂ। ਮੰਨ ਲਓ ਕਿ ਤੁਸੀਂ ਕਿਸੇ ਦੀ ਓਨਰਸ਼ਿਪ ਆਪਣੇ ਨਾਂ 'ਤੇ ਟਰਾਂਸਫਰ ਕਰ ਲਈ ਸੀ, ਪਰ ਜਨਵਰੀ 1, 2017 ਤੋਂ ਪਹਿਲਾਂ ਜਿਹੜੀਆਂ ਉਹ ਉਦੋਂ ਤੱਕ ਜਿਹੜੀ ਆ ਉਹ ਉਹਨੂੰ ਗਰੁੱਪ 2 ਦੇ ਵਿੱਚ ਪਾ ਦਿੱਤਾ। ਤੇ 2017 ਦੇ ਵਿੱਚ ਹੀ ਟੈਕਸ ਲਾਜ਼ ਕੁਛ ਚੇਂਜ ਹੋਏ ਸੀ, ਤੇ ਉਹ ਜਿਹੜੀਆਂ ਹਨ ਦਸੰਬਰ 31, 2016 ਤੋਂ ਬਾਅਦ 'ਚ ਜਿਹੜੀਆਂ ਪਾਲਿਸੀਆਂ ਇਸ਼ੂ ਹੈਗੀਆਂ ਉਹ ਸਾਰੀਆਂ ਹੀ ਉਹਦੇ ਵਿੱਚ ਉਹਨਾਂ ਨੇ ਇਨਕਲੂਡ ਕੀਤੀਆਂ ਗਈਆਂ। ਸੋ ਇਹਦੇ ਵਿੱਚ ਤੁਸੀਂ ਕਾਫੀ ਜਿਹੜਾ ਕਿ ਗਵਰਨਮੈਂਟ ਨੇ ਪਹਿਲਾਂ ਐਗਜ਼ੈਂਪਸ਼ਨ ਦਿੱਤੀਆਂ ਸੀ, ਜਿਹੜੀਆਂ ਪਹਿਲਾਂ ਇਸ਼ੂ ਹੋ ਗਈਆਂ, ਜੋ ਲਾਅ ਬਣ ਗਿਆ ਉਹਦੇ ਵਿੱਚ ਫਿਰ ਉਹਨਾਂ ਨੇ
ਥੋੜ੍ਹਾ ਜਿਹਾ ਸਟ੍ਰਿਕਟ ਕਰਦੇ ਗਏ। 2017 ਦੇ ਵਿੱਚ ਜਦੋਂ ਨਵਾਂ ਕਾਨੂੰਨ ਲਾਗੂ ਹੋਇਆ ਤਾਂ ਹੋਰ ਵੀ ਜ਼ਿਆਦਾ ਸਟ੍ਰਿਕਟ ਕਰਤਾ ਕਿ ਤੁਸੀਂ ਟੂ ਮੱਚ ਜਿਹੜਾ ਹੈਗਾ ਉਹ 'ਚ ਪ੍ਰੀਮੀਅਮ ਨਹੀਂ ਜਮ੍ਹਾਂ ਕਰ ਸਕਦੇ ਹੈਗੇ। ਇਹਦੇ ਬਾਰੇ ਮੈਨੂੰ ਲੱਗਦਾ ਜਿੰਨੀ ਕੁ ਮੈਂ ਗੱਲ ਕੀਤੀ ਜੇ ਤੁਸੀਂ ਪੜ੍ਹੋਗੇ, ਕਿਉਂਕਿ ਵੀਡੀਓ ਲੰਬੀ ਹੋ ਜਾਣੀ ਜੇ ਮੈਂ ਇਹਦੀ ਡਿਟੇਲ ਦੇ ਵਿੱਚ ਗਿਆ, ਅਤੇ ਇਸ ਕਰਕੇ ਤੁਸੀਂ ਇਹਨੂੰ ਪੜ੍ਹ ਲੈਣਾ ਥੋੜ੍ਹਾ ਜਿਹਾ, ਪਰ ਬਹੁਤ ਜ਼ਿਆਦਾ ਇਹਦੇ ਵਿੱਚੋਂ ਜਿਹੜਾ ਹੈ ਉਹ ਨਹੀਂ ਆਉਣਾ ਹੈਗਾ ਤੁਹਾਨੂੰ। ਕੁਐਸਚਨ ਦੇ ਵਿੱਚ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਉਹ ਸ਼ਾਇਦ ਨਾ ਪੁੱਛਣ। ਠੀਕ ਹੈ, ਹੁਣ ਜਿਵੇਂ ਮੈਂ ਗੱਲ ਕੀਤੀ ਇਹ 'ਚ ਬਹੁਤ ਸਾਰੀਆਂ ਜਿਹੜੀਆਂ ਵੀ ਫੈਕਟਰਸ ਹੁੰਦੇ ਨੇ ਜਿਹੜੀਆਂ ACB ਜਿਹੜੀ ਜਿਹਦੇ ਵਿੱਚ ਕੈਲਕੂਲੇਟ ਹੁੰਦੀ ਹੈ। ਜਦੋਂ ACB ਕੈਲਕੂਲੇਟ ਕੀਤਾ ਜਾਂਦਾ ਹੈਗਾ ਤਾਂ ਉਹ 'ਚ ਬਹੁਤ ਸਾਰੀਆਂ ਚੀਜ਼ਾਂ ਪਲੱਸ ਹੋ ਜਾਂਦੀਆਂ, ਬਹੁਤ ਸਾਰੀਆਂ ਮਾਈਨਸ ਹੋ ਜਾਂਦੀਆਂ, ਅਤੇ ਜਿੰਨੀ ਜ਼ਿਆਦਾ ACB ਹੋਏਗੀ ਅਤੇ ਉਨਾ ਜੇ ਮੰਨ ਲਓ ਤੁਹਾਨੂੰ ਕੋਈ ਪਾਲਿਸੀ ਗੇਨ ਹੋਇਆ ਅਤੇ ਉਹਦੇ ਜਿੰਨੀ ਤੁਹਾਡੀ ACB ਜ਼ਿਆਦਾ ਹੋਏਗੀ ਉਨਾ ਤੁਹਾਨੂੰ ਘੱਟ ਟੈਕਸ ਲੱਗੇਗਾ, ਕਿਉਂਕਿ ਤੁਹਾਡੀ ਕੋਸਟ ਵੀ ਜ਼ਿਆਦਾ ਹੈਗੀ ਸੀ, ਅਤੇ ਬਾਕੀ ਜਿਹੜਾ ਨੈੱਟ ਗੇਨ ਹੋਣਾ ਉਹਦੇ 'ਤੇ ਜਿਹੜਾ ਟੈਕਸ ਲੱਗਣਾ। ਅਤੇ ਇਹ ਵੀ ਤੁਸੀਂ ਪੜ੍ਹ ਲੈਣਾ ਹੈਗਾ ਕਿ ਜਿਵੇਂ ਪਲੱਸ ਹੁੰਦਾ, ਜਿਵੇਂ ਡਿਵੀਡੈਂਟ ਜਿਹੜੇ ਤੁਸੀਂ ਉਹ ਡਿਵੀਡੈਂਟ ਜਿਨ੍ਹਾਂ ਦੇ ਨਾਲ ਤੁਸੀਂ ਅੱਗੇ ਤੋਂ ਪੇਡ ਅਪ ਐਡੀਸ਼ਨ ਜਿਹੜੀ ਹੈ ਜਾਂ ਟਰਮ ਇੰਸ਼ੋਰੈਂਸ ਵਗੈਰਾ ਖਰੀਦ ਲੈਂਦੇ ਹੈਗੇ, ਉਹ ਵਿੱਚ ਪਲੱਸ ਹੋ ਜਾਂਦੀ, ਦੈਟ ਮੀਨਸ ਤੁਹਾਡੀ ਕੋਸਟ ਵਿੱਚ ਸ਼ਾਮਲ ਹੋ ਜਾਂਦੀ ਹੈਗੀ ਆ, ਅਤੇ ਜਿਹੜੇ ਤੁਹਾਨੂੰ ਡਿਵੀਡੈਂਡ ਮਿਲ ਜਾਂਦੇ ਨੇ ਉਹ ਉਹਦੇ 'ਚੋਂ ਮਾਈਨਸ ਹੋ ਜਾਂਦੇ ਨੇ। ਤੋ ਇਹ ਵੀ ਤੁਸੀਂ ਇਗਨੋਰ ਵੀ ਕਰ ਸਕਦੇ ਹੈਗੇ, ਪਰ ਪੜ੍ਹ ਜ਼ਰੂਰ ਲਿਓ ਤਾਂ ਕਿ ਤੁਹਾਡਾ ਨੌਲੇਜ ਬੇਸ ਜਿਹੜਾ ਬਣਿਆ ਰਹੇ। ਸੋ ਇਹ ਜਿਹੜੇ ਡਿਵੀਡੈਂਟ ਹੈ ਤੁਹਾਨੂੰ ਮਿਲਦੇ ਨੇ ਉਹਦੇ 'ਚ ਵੀ ਟੈਕਸ ਇੰਪਲੀਕੇਸ਼ਨਸ ਹੁੰਦੀਆਂ, ਅਤੇ ਇਹ ਵੀ ਤੁਸੀਂ ਜਿਹੜਾ ਹੈ ਪੜ੍ਹ ਲੈਣਾ। ਮੈਨੂੰ ਲੱਗਦਾ ਕਿ ਕੋਈ ਬਹੁਤਾ ਜ਼ਿਆਦਾ ਇਹਦੇ ਵਿੱਚ ਸਮਝਾਉਣ ਵਾਲੀ ਗੱਲ ਨਹੀਂ ਹੈਗੀ, ਅਤੇ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਇਹਦਾ ਕਲੀਅਰ ਹੋ ਜਾਏਗਾ। ਫੁੱਲ ਸਰੈਂਡਰ ਦੇ ਉੱਤੇ ਕਿਸ ਤਰ੍ਹਾਂ ਜਿਹੜੀ ਹੈ ਕੈਲਕੂਲੇਸ਼ਨ ਕੀਤੀ ਜਾਂਦੀ ਹੈ, ਇਹਦੇ ਵਿੱਚ ਵੀ ਜਿਹੜਾ ਗਰੁੱਪ 2 ਪਾਲਿਸੀ, ਗਰੁੱਪ 3 ਪਾਲਿਸੀ ਜਿਹੜੀ ਹੈ ਉਹਦੀ ਗੱਲਾਂ ਬਾਤਾਂ ਹੁੰਦੀਆਂ, ਪਰ ਮੈਨੂੰ ਲੱਗਦਾ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਆਪਾਂ ਵੇਖੀਏ ਤਾਂ ਸ਼ਾਇਦ ਸਾਨੂੰ ਗਰੁੱਪ 1 2 ਦਾ ਕੋਈ ਬਹੁਤਾ ਨਹੀਂ ਆਏਗਾ, ਸਿੱਧਾ ਇੱਦਾਂ ਕੁਐਸਚਨ ਹੋਏਗਾ। ਅਲੀਸੀਆ ਇਜ਼ ਥਿੰਕਿੰਗ ਅਬਾਊਟ ਟਰਮੀਨੇਟਿੰਗ 200,000 ਪਾਲਿਸੀ ਔਨ ਹੋਲ ਲਾਈਫ ਦੀ ਪਾਲਿਸੀ, ਉਹ ਕਹਿੰਦੀ ਵੀ ਮੈਂ ਟਰਮੀਨੇਟ ਕਰ ਲਾਂ ਜਿਹੜੀ ਕਿ ਗਰੁੱਪ 2 ਦੈਟ ਕਿ ਮਿਡਲ ਦੇ ਵਿੱਚ ਆਉਂਦੀ 2017 ਤੋਂ ਪਹਿਲਾਂ ਦੀ ਅਤੇ 1982 ਤੋਂ ਬਾਅਦ ਦੀ ਪਾਲਿਸੀ ਹੈਗੀ ਆ। ਪਾਲਿਸੀ ਦੇ ਵਿੱਚ ਕੈਸ਼ ਸਰੈਂਡਰ ਵੈਲਿਊ ਜਿਹੜੀ ਆ $24,000 ਹੈਗੀ ਆ, ਅਤੇ ਉਹਦੀ ਜਿਹੜੀ ਕੋਸਟ ਉਹਨੂੰ ਪਈ ਹੈ ACB 10,000, ਦੈਟ ਮੀਨਸ ਨੈਟ ਗੇਨ ਉਹਨੂੰ 14,000 ਹੋਏਗਾ, ਹੈ ਨਾ। ਅਤੇ ਜੇ ਉਹ ਕਰਦੀ ਹੈਗੀ ਹੈ ਕੈਂਸਲ, ਲੀਸੀਆ ਜਿਹੜੀ ਆ ਪਾਲਿਸੀ ਆਪਣੀ ਕੈਂਸਲ ਕਰਦੀ ਹੈ ਤਾਂ ਉਹਨੂੰ 14,000 ਜਿਹੜਾ ਨੈਟ ਗੇਨ ਹੋਏਗਾ, ਤਾਂ ਉਹਦੇ ਉੱਤੇ ਜਿਹੜਾ ਟੈਕਸ ਹੋਏਗਾ। ਜੇ ਮੰਨ ਲਓ ਕਿ ਉਹਦਾ 35% ਟੈਕਸ ਬ੍ਰੈਕਟ 'ਚ ਆਉਂਦੀ ਹੈ, ਦੈਟ ਮੀਨਸ $49,000 ਉਹਨੂੰ ਟੈਕਸ ਦੇਣਾ ਪਏਗਾ, ਅਤੇ 14,000 ਦੇ ਉੱਤੇ 35% ਆਪਾਂ ਕੱਢੀਏ ਤਾਂ $4,900 ਆ ਜਾਂਦਾ ਹੈਗਾ। ਸੋ ਅਲੀਸੀਆ ਨੂੰ ਕੀ ਹੋਏਗਾ ਕਿ 19,000 ਜਿਵੇਂ ਉਹਦੇ 24,000 ਉਹਨੂੰ ਮਿਲਿਆ, ਅਤੇ 24,000 ਦੇ 'ਚ 4900 ਦਾ ਟੈਕਸ ਚਲਾ ਗਿਆ, ਅਤੇ ਦੈਟ ਮੀਨਸ ਜਸਟ ਉਹਨੇ $19,100 ਜਿਹੜਾ ਉਹ ਨੈਟ ਉਹਨੂੰ ਗੇਨ, ਇਹ ਨੈਟ ਗੇਨ ਨਹੀਂ ਮਤਲਬ ਉਹਨੂੰ ਉਹਦੀ ਜੇਬ ਵਿੱਚ ਜਿਹੜਾ ਇੰਨੇ ਪੈਸੇ ਪੈਣੇ ਹੈਗੇ ਨੇ, ਬਾਕੀ ਜਿਹੜੇ ਹੈਗੇ ਨੇ ਕਿ ਟੈਕਸ ਦੇ ਵਿੱਚ ਚਲੇ ਜਾਣੇ 24,000 ਦੇ ਵਿੱਚੋਂ। ਕਈ ਵਾਰੀ ਕੀ ਹੁੰਦਾ ਕਿ ਬੰਦਾ ਪੂਰੀ ਆਪਣੀ ਪਾਲਿਸੀ ਜਿਹੜੀ ਆ ਸਰੈਂਡਰ ਨਹੀਂ ਕਰਦਾ, ਉਹ ਘੱਟ ਕਰਦਾ ਹੈਗਾ, ਅਤੇ ਜਦੋਂ ਘੱਟ ਕਰਦਾ ਤਾਂ ਜਿਹੜੀ ACB ਹੁੰਦੀ ਆ ਉਸ ਹਿਸਾਬ ਨਾਲ ਉਹਨੂੰ ਐਡਜਸਟ ਕੀਤਾ ਜਾਂਦਾ ਕਿ ਪ੍ਰਪੋਰਸ਼ਨੇਟਲੀ ਵੀ ਜਿੰਨੀ ਉਹਨੇ ਮਤਲਬ ਵੀ ਪਾਲਿਸੀ ਸਰੈਂਡਰ ਕੀਤੀ ਆ ਉਸ ਹਿਸਾਬ ਨਾਲ ਉਹਦਾ ਜਿਹੜਾ ਟੈਕਸ ਕੈਲਕੂਲੇਸ਼ਨ ਹੋ ਜਾਂਦੀ ਹੈਗੀ ਆ। ਜਿਵੇਂ ਐਗਜ਼ਾਮਪਲ ਹੈਗੀ ਆ, ਸਪੋਜ਼ ਦੈਟ ਇੰਸਟੈਡ ਆਫ ਸਰੈਂਡਰਿੰਗ ਦਾ ਪਾਲਿਸੀ ਇੰਟਾਇਰਲੀ ਅਲੀਸੀਆ ਡਿਸਾਈਡ ਟੂ, ਹੁਣ ਪਿਛਲੀ ਐਗਜ਼ਾਮਪਲ ਹੀ ਇਹਨਾਂ ਨੇ ਲਈ ਹੈਗੀ ਆ, ਅਤੇ ਉਹ ਕਹਿੰਦੀ ਕਿ ਮੈਂ ਠੀਕ ਹੈ ਮੈਂ ਆਪਣੀ ਪਾਲਿਸੀ ਸਰੈਂਡਰ ਨਹੀਂ ਕਰਦੀ, ਮੈਂ ਹੁਣ ਇੱਦਾਂ ਕਰਦੀ ਵੀ $2,00,000 ਦੀ ਬਜਾਏ ਮੈਂ $1.5 ਲੱਖ ਆਪਣੀ ਇੰਸ਼ੋਰੈਂਸ ਰੱਖ ਲੈਂਦੀ ਹੈਗੀ ਆ, ਅਤੇ ਹੁਣ ਦਿਸ ਇਜ਼ ਕੰਸੀਡਰ ਟੂ ਬੀ ਏ ਪਾਰਸ਼ੀਅਲ ਸਰੈਂਡਰ, ਵੀ ਉਹ ਕਹੇ ਵੀ ਪਾਰਸ਼ੀਅਲ ਸਰੈਂਡਰ ਵੀ ਸਰੈਂਡਰ ਹੋ ਗਈ ਹੈ ਨਾ, ਕਿਉਂਕਿ ਉਹਨੇ ਪਹਿਲਾਂ $2,00,000 ਦੀ ਸੀ ਪਾਲਿਸੀ, ਹੁਣ $1.5 ਲੱਖ ਦੀ ਉਹ ਪਾਲਿਸੀ ਲੈਣਾ ਚਾਹੁੰਦੀ ਹੈ, ਅਤੇ ਦੈਟ ਮੀਨਸ ਕਿ 25% ਜਿਹੜੀ ਹੈਗੀ ਹੈ ਪਾਲਿਸੀ ਨੂੰ ਕੰਪਨੀ ਇਹ ਸਮਝਦੀ ਹੈਗੀ ਹੈ ਕਿ ਡਿਸਪੋਜ਼ਡ ਹੋ ਗਈ ਆ, ਦੈਟ ਮੀਨਸ ਕਿ ਉਹਨੇ ਸਰੈਂਡਰ ਕਰ ਦਿੱਤੀ ਜਾਂ ਬੰਦ ਕਰਵਾ ਦਿੱਤੀ ਹੈਗੀ ਆ, ਅਤੇ ਹੁਣ ਦੈਟ ਮੀਨਸ ਕਿ 25% ਜਿਹੜੀ ਹੈ ਉਹਨੇ ਸਰੈਂਡਰ ਕੀਤਾ, ਅਤੇ ਜਿਹੜੀ ਹੁਣ 24,000 ਜਿਹੜੀ ਉਹਦੀ ਕੈਸ਼ ਸਰੈਂਡਰ ਵੈਲਿਊ ਬਣਦੀ ਸੀ, ਅਤੇ ਉਹਦੇ 'ਤੇ $10,000 ਉਹਦੀ ACB ਸੀ, ਅਤੇ ਹੁਣ ਜਿਹੜਾ ਟੈਕਸ
ਬਣੇਗਾ ਉਹ ਹੋਰ ਹਿਸਾਬ ਨਾਲ ਬਣੇਗਾ, ਠੀਕ ਹੈ। ਕਿਉਂਕਿ ਹੁਣ ਕਿਉਂਕਿ ਉਹਨੇ 1.5 ਲੱਖ ਦੀ ਪਾਲਿਸੀ ਕੀਤੀ, ਪੂਰੀ ਤਰ੍ਹਾਂ ਨਹੀਂ ਸਰੈਂਡਰ ਕੀਤੀ, ਉਹਨੇ 50,000 ਸਮਝ ਲਓ ਵੀ ਸਰੈਂਡਰ ਕਰਤੀ 25%, ਅਤੇ ਹੁਣ ਉਹਨੂੰ 24,000 ਜਿਹੜੀ ਆ ਉਹ ਕੈਸ਼ ਸਰੈਂਡਰ ਵੈਲਿਊ ਨਹੀਂ ਮਿਲਣੀ। ਹੁਣ ਉਹਨੂੰ ਕੀ ਮਿਲਣਾ, ਅਤੇ $6,000 ਦਾ ਜਿਹੜਾ ਉਹਨੂੰ ਕੈਸ਼ ਸਰੈਂਡਰ ਵੈਲਿਊ ਮਿਲੀ। ਹੁਣ $6,000 ਦੇ ਉੱਤੇ ਜਿਹੜਾ ਟੈਕਸ ਕੈਲਕੂਲੇਟ ਹੋਣਾ, ਪਰ ਇਹਦੇ ਵਿੱਚੋਂ ACB ਮਾਈਨਸ ਹੋਏਗੀ। ACB ਵੀ ਜਿਹੜੀ ਆ ਉਹ ਐਡਜਸਟਡ ਕੀਤੀ ਜਾਂਦੀ ਆ, ਜਿਵੇਂ ACB ਵੀ ਇੱਥੇ ਐਡਜਸਟ ਹੋਏਗੀ। ਉਹਦਾ 10,000 ਸੀ, ਕਿਉਂਕਿ ਉਹਨੇ 100% ਪਾਲਿਸੀ ਸਰੈਂਡਰ ਨਹੀਂ ਕੀਤੀ, ਸਿਰਫ 25% ਕੀਤੀ ਆ, ਅਤੇ ਇੱਥੇ ਜਿਹੜੀ ACB ਵੀ ਜਿਹੜੀ ਆ ਉਹ 10,000 ਦਾ 25% ਆਪਾਂ ਵੇਖੀਏ ਤਾਂ 2,500 ਬਣਦਾ ਹੈਗਾ, ਠੀਕ ਹੈ। ਅਤੇ 2,500 ਹੋ ਗਿਆ, ਕੈਲਕੂਲੇਟ ਕਰਕੇ ਦੱਸਿਆ ਉਹਨਾਂ ਨੇ। ਤਾਂ ਦੈਟ ਮੀਨਸ ਕਿ 6,000 ਦੇ ਵਿੱਚੋਂ ਜਦੋਂ ਅਸੀਂ 2,500 ACB ਕੱਢ ਦਿੱਤੀ ਤਾਂ ਉਹਨੂੰ ਨੈਟ ਗੇਨ 3,500 ਹੋਇਆ, ਅਤੇ ਨੈਟ ਗੇਨ 3,500 ਹੋਇਆ, ਅਤੇ ਉਹਦੇ ਉੱਤੇ ਜਿਹੜਾ ਟੈਕਸ ਗਵਰਨਮੈਂਟ ਨੂੰ ਉਹਨਾਂ ਨੂੰ ਪੇ ਕਰਨੇ ਪੈਣਾ ਹੈਗਾ। ਅਤੇ ਹੁਣ ਟੈਕਸ ਕਿੰਨਾ ਕੈਲਕੂਲੇਟ ਹੋਏਗਾ, 3,500 ਦੇ ਉੱਤੇ 35%, ਅਤੇ ਜਿਹੜਾ ਕਿ $1,225 ਬਣਦਾ ਹੈਗਾ। ਦੈਟ ਮੀਨਸ ਕਿ 25% ਜਿਹੜਾ ਹੈਗਾ ਉਹਨੂੰ ਟੈਕਸ ਦੇਣਾ ਪੈਣਾ ਹੈਗਾ, ਕਿਉਂਕਿ ਉਹਨੇ 25% ਹੀ ਜਿਹੜੀ ਆਪਣੀ ਪਾਲਿਸੀ ਸਰੈਂਡਰ ਕੀਤੀ ਹੈਗੀ ਆ। ਅਤੇ ਇਸੇ ਤਰ੍ਹਾਂ ਜੇ ਪਾਲਿਸੀ 'ਚ ਤੁਸੀਂ ਕੋਈ ਅਮਾਊਂਟ ਵਿਡਰਾਅ ਕਰਦੇ ਹੈਗੇ ਹੋ, ਅਤੇ ਉਹਦੀ ਕੈਲਕੂਲੇਸ਼ਨ ਵੀ ਇਸੇ ਤਰ੍ਹਾਂ ਹੀ ਕੀਤੀ ਜਾਂਦੀ ਹੈਗੀ ਆ, ਕਿ ਪ੍ਰਪੋਰਸ਼ਨੇਟਲੀ ਵੀ ਕਿੰਨਾ ਉਹਨੇ ਵਿਡਰਾਅ ਕੀਤਾ ਹੈਗਾ, ਕਿੰਨੀ ਜਿਹੜੀ ਆ ਉਹਦਾ ਫੰਡ ਵੈਲਿਊ ਸੀ, ਉਸ ਹਿਸਾਬ ਨਾਲ ਜਿਹੜਾ ਉਹਦੀ ਕੈਲਕੂਲੇਸ਼ਨ ਕੀਤੀ ਜਾਂਦੀ ਹੈਗੀ ਆ। ਪਾਲਿਸੀ ਗੇਨ ਅਮਾਊਂਟ ਵਿਡਰਾਉਨ, ਕਿੰਨੀ ਵਿਡਰਾਅ ਕੀਤੀ, ਅਤੇ ਪ੍ਰੋਰੇਟਡ ਜਿਹੜੀ ਹੈ ਉਹਦੀ ਐਡਜਸਟਡ ਕਾਸਟ ACB ਕਿੰਨੀ ਹੈਗੀ ਆ। ਐਗਜ਼ਾਮਪਲ ਆਪਾਂ ਪੜ੍ਹਦੇ ਹੈਗੇ ਆ ਵੀ ਇੱਕ ਲੜਕੀ ਆ, ਐਗਜ਼ਾਮਪਲ ਆਪਾਂ ਪੜ੍ਹਦੇ ਹਾਂ। ਐਗਜ਼ਾਮਪਲ ਵਿੱਚ ਇੱਕ ਲੜਕੀ ਨੇ ਜਿਹੜੀ ਆ ਪਾਲਿਸੀ ਲਈ ਆ $2 ਲੱਖ ਦੀ, UL ਪਾਲਿਸੀ ਸੀ ਉਹਦੀ, ਅਤੇ ਉਹਦੀ ACB ਜਿਹੜੀ ਆ ਉਹ $65,000 ਹੈ, ਠੀਕ ਹੈ। ਅਤੇ ਉਹਦੇ ਵਿੱਚ ਜਿਹੜੇ ਕੈਸ਼ ਸਰੈਂਡਰ ਵੈਲਿਊ ਹੈਗੀ ਉਹ 80,000 ਹੈ, ਅਤੇ ਜੇ ਉਹ 40,000 ਵਿਡਰਾਅ ਕਰਨਾ ਚਾਹੁੰਦੀ ਪਾਲਿਸੀ ਦੇ ਵਿੱਚੋਂ, ਠੀਕ ਹੈ, ਅਤੇ ਉਹਦਾ ਜਿਹੜਾ ਟੈਕਸ ਰੇਟ ਹੈਗਾ ਉਹ 35% ਹੈਗਾ। ਅਤੇ ਹੁਣ ਆਪਾਂ ਵੇਖਦੇ ਹਾਂ ਕਿ ਉਹਦੀ ਟੈਕਸ ਕੈਲਕੂਲੇਸ਼ਨ ਜਿਹੜੀ ਕਿਸ ਤਰ੍ਹਾਂ ਹੋਏਗੀ, ਠੀਕ ਹੈ। ਹੁਣ ਕਿਉਂਕਿ ਉਹਦੀ 65,000 ਜੇ ਉਹ ਪੂਰੀ ਅਮਾਊਂਟ ਵਿਡਰਾਅ ਕਰਦੀ ਆ, ਅਤੇ ਉਹਦੀ ਜਿਹੜੀ ਆ ਉਹ 65,000 ACB ਹੈਗੀ ਆ, ਪਰ ਉਹ 40 ਕਰਦੀ ਤਾਂ ਇਹਦਾ ਮਤਲਬ 40 ਦੇ ਉੱਤੇ ਜਿਹੜੀ ACB ਆ ਉਹ ਹਾਫ ਹੋਏਗੀ, ਠੀਕ ਹੈ। ਤਾਂ ਉਹ 32,500 ਹੋ ਗਈ, 65,000 ਦਾ ਹਾਫ ਹੋ ਗਿਆ, ਕਿਉਂਕਿ ਹੁਣ ਉਹ 40,000 ਵਿਡਰਾਅ ਕਰ ਰਹੀ ਹੈਗੀ ਆ, 40,000 ਦੇ ਉੱਪਰ ਉਹਦਾ 32,500 ACB ਸੀ, ਉਹਦੀ ਕੋਸਟ ਹੀ ਸੀ, ਅਤੇ ਨੈਟ ਗੇਨ ਜਿਹੜਾ ਉਹਨੂੰ ਹੋਏਗਾ $7,500 ਹੋਏਗਾ, ਠੀਕ ਹੈ। ਅਤੇ ਦੈਟ ਮੀਨਸ ਕਿ $7,500 ਦੇ ਉੱਤੇ ਉਹਨੂੰ ਟੈਕਸ ਦੇਣਾ ਪੈਣਾ। ਜੇ 35% ਦੀ ਬ੍ਰੈਕਟ 'ਚ ਆਉਂਦੀ ਹੈ ਤਾਂ 2,625 ਜਿਹੜੇ ਹੈਗੇ ਉਹਨੂੰ ਟੈਕਸ ਦੇਣੇ ਪੈਣੇ ਨੇ। ਇਹ ਫਾਰਮੂਲਾ, ਇਹ ਇੱਕ ਐਗਜ਼ਾਮਪਲ ਵੀ ਕੋਈ ਵੀ ਤੁਸੀਂ ਜਿਹੜੀ ਸਮਝ ਲਓ ਕਿ ਪੇ ACB ਨੂੰ ਕਿੱਦਾਂ ਮਾਈਨਸ ਕਰਕੇ ਬਾਕੀ ਜਿਹੜਾ ਨੈਟ ਗੇਨ ਬਣਦਾ ਉਹਦੇ 'ਤੇ ਕਿੰਨੇ % ਟੈਕਸ ਹੈ, ਕੁਐਸਚਨ ਦੇ ਵਿੱਚ ਦਿੱਤਾ ਗਿਆ, ਉਹ ਤੁਸੀਂ ਸਿੰਪਲ ਫਾਰਮੂਲੇ ਦੇ ਨਾਲ ਜਿਹੜਾ ਕੱਢ ਸਕਦੇ ਹੈਗੇ ਆ। ਪਰਸੈਂਟੇਜ ਹੀ ਕੱਢਣੀ, ਕੋਈ ਔਖਾ ਕੰਮ ਨਹੀਂ ਹੈਗਾ। ਜਦੋਂ ਤੁਸੀਂ ਪਾਲਿਸੀ ਦੇ ਉੱਤੇ ਲੋਨ ਲੈਂਦੇ ਹੋ ਤਾਂ ਗਵਰਨਮੈਂਟ ਉਹਨੂੰ ਵੀ ਇਹ ਸਮਝਦੀ ਹੈਗੀ ਹੈ ਕਿ ਤੁਸੀਂ ਜਿਹੜੇ ਹੈਗੇ ਨੇ ਪਾਲਿਸੀ ਦੇ ਵਿੱਚੋਂ ਪੈਸੇ ਵਿਡਰਾਅ ਕੀਤੇ ਹੈਗੇ ਨੇ, ਹੈ ਨਾ, ਅਤੇ ਉਹਦੇ ਉੱਤੇ ਵੀ ਉਹ ਟੈਕਸ ਪਾਲਦੀ ਹੈਗੀ ਗਵਰਨਮੈਂਟ। ਪਰ ਜੇ ਤੁਸੀਂ ਉਹ ਲੋਨ ਜਿਹੜੇ ਲਏ ਨੇ ਅਤੇ ਜੇ ਪ੍ਰੀਮੀਅਮ ਪੇ ਕਰਨ ਵਾਸਤੇ ਲੈਂਦੇ ਹੋ ਤਾਂ ਫਿਰ ਜਿਹੜਾ ਹੈਗਾ ਕਿ ਗਵਰਨਮੈਂਟ ਉਹਦੇ 'ਤੇ ਲੋਨ ਕੈਲਕੂਲੇਸ਼ਨ ਨਹੀਂ ਕਰਦੀ ਹੈਗੀ। ਜਿਵੇਂ ਅੱਗੇ ਐਗਜ਼ਾਮਪਲ ਦੇ ਵਿੱਚ ਸਮਝਾਇਆ ਗਿਆ ਕਿ ਮੰਨ ਲਓ ਅਲੀਸੀਆ ਨੇ ਜਿਹੜਾ ਹੈਗਾ $4,000 ਲੋਨ ਲਿਆ, ਅਤੇ ਉਹਦੀ ACB ਹੁਣ ਘੱਟ ਜਾਏਗੀ। ਦੈਟ ਮੀਨਸ ਕਿ ਜਿਵੇਂ ਪਿਛਲੀ ਐਗਜ਼ਾਮਪਲ ਵਿੱਚ ਦੱਸ ਰਹੇ ਸੀ ਕਿ ਉਹਦੀ ACB ਜਿਹੜੀ ਆ 10,000 ਸੀ, ਕਿ ਉਹਨੇ 4,000 ਲੋਨ ਲੈ ਲਿਆ, ਅਤੇ ਹੁਣ ACB ਉਹਦੀ ਘੱਟ ਗਈ, ਕਿਉਂਕਿ ਉਹਨੇ ਪਾਲਿਸੀ ਪ੍ਰੋਸੀਡਸ ਦੇ ਵਿੱਚੋਂ ਹੀ ਜਿਹੜਾ ਉਹ ਉਹਨੇ ਯੂਜ਼ ਕੀਤੀ ਅਮਾਊਂਟ $4,000, ਜਿਹੜਾ ਉਹਦਾ ਮੈਂ ਕੈਸ਼ ਵੈਲਿਊ ਬਣਦੀ ਉਹਦੇ ਵਿੱਚੋਂ ਆਲਰੇਡੀ 4,000 ਯੂਜ਼ ਕਰ ਚੁੱਕੀ ਹੈ। ਅਤੇ ਜਦੋਂ ਉਹਦੀ ਫਾਈਨਲ ਸੈਟਲਮੈਂਟ ਹੋਣੀ ਆ ਅਤੇ ਉਹ 4,000 ਮਾਈਨਸ ਹੋ ਜਾਣਾ ਉਹਦੀ ACB ਦੇ ਵਿੱਚੋਂ। ਦੈਟ ਮੀਨਸ ਉਹਦੀ ਕੋਸਟ ਘੱਟ ਜਾਣੀ। ਜਦੋਂ ਉਹਦੀ ਕੋਸਟ ਘੱਟ ਜਾਏਗੀ ਤਾਂ ਉਹਦੀ ਗੇਨ ਵੱਧ ਜਾਏਗੀ। ਜਦੋਂ ਗੇਨ ਵੱਧ ਜਾਏਗੀ ਤਾਂ ਉਹਨੂੰ ਜਿਹੜਾ ਹੈਗਾ ਵੀ ਟੈਕਸ ਦੇਣਾ ਪਏਗਾ, ਕਿਉਂਕਿ ਉਹ ਗਵਰਨਮੈਂਟ ਕਹਿੰਦੀ ਹੈ ਕਿ $4,000 ਅਤੇ ਤੁਸੀਂ ਕਿਹੜਾ ਵੀ ਆਪਣੇ ਕੋਲੋਂ ਦਿੱਤਾ ਹੈਗਾ ਵੀ ਤੁਸੀਂ ਇਹਨੂੰ ਆਲਰੇਡੀ ਯੂਜ਼ ਕਰ ਚੁੱਕੇ ਹੈਗੇ, ਤਾਂ ਫਿਰ 6,000 ਜਿਹੜਾ ਹੈਗਾ ਵੀ ਉਹਦੀ ਨਿਊ ACB ਬਣ ਜਾਏਗੀ, ਠੀਕ ਹੈ। ਹੁਣ ਇਸ ਕੇਸ ਦੇ ਵਿੱਚ ਕਿ ਉਹਨੇ ਜਦੋਂ ਟੈਕਸ ਫਾਈਲ ਕਰਨਾ ਉਹਦੇ ਵਿੱਚ ਉਹਨੇ ਕੋਈ ਵੀ ਪਾਲਿਸੀ ਗੇਨ ਜਿਹੜਾ ਰਿਪੋਰਟ ਕਰਨ ਦੀ ਉਹਨੂੰ ਲੋੜ ਨਹੀਂ ਹੈਗੀ, ਕਿਉਂਕਿ ਉਹਨੂੰ ਗੇਨ ਨਹੀਂ ਹੋਇਆ, ਉਹਨੇ ਲੋਨ ਲਿਆ, ਅਤੇ ਪਰ ਉਹਦੀ ACB ਜਿਹੜੀ ਹੈ ਘੱਟ ਜਾਏਗੀ ਜੋ ਲੇਟਰ ਔਨ ਜਦੋਂ ਡਿਸਾਈਡ ਹੋਏਗਾ
ਤੇ ਜਦੋਂ ਸੈਟਲ ਹੋਏਗੀ ਪਾਲਿਸੀ, ਉਦੋਂ ਫਿਰ ਕੰਸੀਡਰ ਕੀਤਾ ਜਾਏਗਾ ਕਿ ਉਹਦੀ ਏਸੀਬੀ ਕਿੰਨੀ ਸੀ। ਹੁਣ ਇਸ ਕੇਸ ਦੇ ਵਿੱਚ ਕੀ ਹੈਗਾ ਕਿ $4000 ਜਿਹੜੀ ਹੈਗੀ ਉਹਦੀ ਏਸੀਬੀ ਘੱਟ ਜਾਏਗੀ। ਮੰਨ ਲਓ ਇਸੇ ਕੇਸ ਦੇ ਵਿੱਚ ਅਲੀਸੀਆ ਕੀ ਕਰਦੀ ਹੈਗੀ ਹੈ ਕਿ 19,000 ਲੋਨ ਲੈਂਦੀ ਹੈ, ਠੀਕ ਹੈ। ਹੁਣ 19,000 ਲੋਨ ਲੈਂਦੀ ਹੈ ਤੇ ਉਹਦੀ ਏਸੀਬੀ ਕਿੰਨੀ ਆ? $10,000 ਉਹਦੀ ਏਸੀਬੀ ਉਦੋਂ ਤੱਕ। ਤੇ ਹੁਣ ਉਹਨੂੰ ਨੈਟ ਗੇਨ ਕਿੰਨਾ ਹੋ ਗਿਆ? $9,000 ਹੋ ਗਿਆ। ਤੇ 9,000 ਜੇ ਨੈਟ ਗੇਨ ਹੋਇਆ ਉਹਨੂੰ, ਤੇ 9,000 ਦੇ ਤੁਹਾਨੂੰ 35% ਦੇ ਹਿਸਾਬ ਨਾਲ ਟੈਕਸ ਦੇਣਾ ਪੈਣਾ ਹੈਗਾ। ਤੇ ਇਹ ਤੇ ਉਹਨੂੰ ਟੈਕਸ ਦੇਣਾ ਪੈਣਾ। ਜਦੋਂ 19,000 ਜਿਹੜੀ ਘਟਾ ਲੈਂਦੀ ਹੈਗੀ ਆ, ਤੇ ਹੁਣ ਜੇ ਆਪਾਂ ਏਸੀਬੀ ਦੇਖੀਏ ਤੇ ਏਸੀਬੀ ਕੋਈ ਵੀ ਨਹੀਂ ਰਹੀ, ਕਿਉਂਕਿ ਉਹਦਾ ਪਹਿਲਾਂ 10,000 ਏਸੀਬੀ ਸੀ, 19,000 ਉਹਨੇ ਘਟਾ ਲਿਆ। ਦੈਟ ਮੀਨਸ 9,000 ਤੇ ਉਹਨੇ ਪਾਲਿਸੀ ਦੇ ਵਿੱਚ ਐਕਸਟਰਾ ਘਟਾ ਲਿਆ, ਤੇ ਹੁਣ ਉਹਦੀ ਜਿਹੜੀ ਹੈ ਕੋਸਟ ਕੁਛ ਵੀ ਨਹੀਂ ਰਹੀ ਹੈਗੀ। ਤੇ ਇਸ ਕਰਕੇ ਜੋ ਵੀ ਅੱਗੇ ਹੋਏਗਾ ਤੇ ਉਹਦੇ ਤੇ ਸਾਰੇ ਤੇ ਜਿਹੜਾ ਉਹਨੂੰ ਗੇਨ ਹੀ ਉਹ ਕਾਊਂਟ ਕੀਤਾ ਜਾਏਗਾ। ਜਦੋਂ ਤੁਸੀਂ ਲੋਨ ਰੀਪੇ ਕਰਦੇ ਹੈਗੇ ਹੋ, ਤੇ ਉਹ ਤੁਸੀਂ ਆਪਣੀ ਜਿੰਨੀ ਵੀ ਤੁਸੀਂ ਲੋਨ ਰੀਪੇ ਕਰ ਰਹੇ ਹੈਗੇ ਹੋ, ਉਹ ਆਪਣੀ ਤੁਸੀਂ ਟੈਕਸੇਬਲ ਇਨਕਮ ਦੇ ਵਿੱਚੋਂ ਡਿਡਕਟ ਕਰ ਸਕਦੇ ਹੈਗੇ ਹੋ। ਦੈਟ ਮੀਨਸ ਉਨੀ ਅਮਾਊਂਟ ਦਾ ਜਿਹੜਾ ਉਹ ਟੈਕਸ ਘੱਟ ਜਾਏਗਾ। ਹੁਣ ਇਹ ਇੱਥੇ ਸਮਝਾਇਆ ਗਿਆ ਕਿ ਜਿਵੇਂ ਅਲੀਸੀਆ ਨੇ ਕੀ ਕੀਤਾ ਕਿ 12,000 ਲੋਨ ਜਿਹੜਾ ਵਾਪਸ ਦੇ ਦਿੱਤਾ, ਤੇ 19,000 ਲੋਨ ਸੀ, ਤੇ ਉਹਦੇ ਵਿੱਚ ਉਹਨੇ 12,000 ਵਾਪਸ ਦੇ ਦਿੱਤਾ। ਤੇ 9,000 ਕਿਉਂਕਿ ਉਹਨੇ ਪਿੱਛੇ ਪਾਲਿਸੀ ਗੇਨ ਉਹਨੇ ਸ਼ੋਅ ਕੀਤਾ ਸੀ, ਤੇ ਇਹ ਉਹ ਆਪਣੀ ਇਨਕਮ ਦੇ ਵਿੱਚੋਂ ਡਿਡਕਟ ਕਰਦੇ, ਕਿਉਂਕਿ ਉਹਨੇ ਲੋਨ ਜਿਹੜਾ ਰੀਪੇ ਕਰ ਦਿੱਤਾ ਹੈਗਾ। ਕਿਉਂਕਿ ਉਹ $12,000 ਜਿਹੜੀ ਵਾਪਸ ਕਰ ਰਹੀ ਹੈ, ਤੇ 3,000 ਜਿਹੜਾ ਉਹਦਾ ਐਕਸਟਰਾ ਹੈਗਾ, ਉਹਦੀ ਏਸੀਬੀ ਦੇ ਵਿੱਚ ਜੁੜ ਜਾਏਗਾ। ਦੈਟ ਮੀਨਸ ਕਿ ਇਹ ਕੰਸੀਡਰ ਕੀਤਾ ਫਿਰ, ਜੋ ਕਿ ਪਹਿਲਾਂ ਉਹਦੀ ਏਸੀਬੀ ਘਟ ਗਈ ਸੀ, ਹੁਣ ਉਹਦੇ ਵਿੱਚ ਐਡ ਹੋ ਜਾਏਗਾ। ਜਿਵੇਂ 6,000 ਪਹਿਲਾਂ ਰਹਿ ਗਈ ਸੀ, ਤੇ ਹੁਣ ਉਹਦੇ ਵਿੱਚ 3,000 ਹੋ ਜਾਏਗਾ। ਜੇ ਜ਼ੀਰੋ ਰਹਿ ਗਈ ਸੀ ਤੇ 3,000 ਹੋ ਜਾਏਗਾ। ਜੋ ਵੀ ਉਹਦੀ ਏਸੀਬੀ ਪਹਿਲਾਂ ਸੀ, ਉਹਦੇ ਵਿੱਚ 3,000 ਹੋਰ ਕਾਸਟ ਜੁੜ ਜਾਏਗੀ। ਕਿਉਂਕਿ ਜਦੋਂ ਉਹਨੇ 19,000 ਕਢਾਇਆ ਸੀ, ਤੇ 9,000 ਆਪਾਂ ਉਹਦਾ ਗੇਨ ਗਿਣ ਲਿਆ ਸੀ, ਕਿਉਂਕਿ 10,000 ਉਹਦੀ ਏਸੀਬੀ ਸੀ। ਸੋ ਇਹ ਇੰਨਾ ਜ਼ਿਆਦਾ ਜਿਹੜਾ ਹੈਗਾ ਵੀ ਕੰਪਲੀਕੇਟਡ ਤੁਹਾਨੂੰ ਕੁਐਸਚਨ ਆਉਣਾ ਨਹੀਂ ਹੈ, ਸਿੰਪਲ ਹੀ ਆਉਣਾ ਹੈਗਾ। ਤੇ ਪਰ ਉੱਦਾਂ ਸਮਝਣ ਵਾਸਤੇ ਜਿਹੜਾ ਹੈਗਾ ਕਿ ਤੁਹਾਨੂੰ ਜ਼ਰੂਰ ਇਹ ਐਗਜ਼ਾਮਪਲ ਜਿਹੜੀਆਂ ਪੜ੍ਹਨੀਆਂ ਚਾਹੀਦੀਆਂ ਨੇ। ਜਿਹੜਾ ਪਾਲਿਸੀ ਦੇ ਉੱਤੇ ਤੁਸੀਂ ਲੋਨ ਲਿਆ ਸੀ, ਤੇ ਉਹਦੇ ਉੱਤੇ ਜਿਹੜਾ ਇੰਟਰਸਟ ਪੇ ਕੀਤਾ ਸੀ, ਜਿਹੜਾ ਤਾਂ ਤੁਸੀਂ ਪਾਲਿਸੀ ਮੰਨ ਲਓ ਲੋਨ ਲਿਆ ਸੀ, ਜੇ ਤੁਸੀਂ ਉਹ ਕਿਤੇ ਇਨਵੈਸਟ ਕਰਦੇ ਹੈਗੇ ਹੋ, ਕਿਤੇ ਪ੍ਰਾਪਰਟੀ ਦੇ ਵਿੱਚ ਜਾਂ ਕਿਤੇ ਬਿਜ਼ਨਸ ਦੇ ਵਿੱਚ ਇਨਵੈਸਟ ਕਰਦੇ ਹੈਗੇ ਹੋ, ਤਾਂ ਤੁਸੀਂ ਜਿਹੜਾ ਇੰਟਰਸਟ ਪੇ ਕਰਦੇ ਹੈਗੇ ਹੋ, ਉਹ ਆਪਣੀ ਤੁਸੀਂ ਟੈਕਸੇਬਲ ਇਨਕਮ ਦੇ ਵਿੱਚੋਂ ਮਾਈਨਸ ਕਰ ਸਕਦੇ ਹੈਗੇ ਹੋ, ਡਿਡਕਟ ਕਰ ਸਕਦੇ ਹੈਗੇ ਹੋ। ਪਰ ਜੇ ਤੁਸੀਂ ਉਹੀ ਲੋਨ ਜਿਹੜਾ ਹੈਗਾ ਵੀ ਆਪਣੀ ਕਾਰ ਜਾਂ ਕੁਛ ਇਦਾਂ ਦੀ ਚੀਜ਼ ਬਾਏ ਕਰਨ ਵਾਸਤੇ ਲਿਆ ਹੈਗਾ, ਦੈਨ ਜਿਹੜਾ ਹੈਗਾ ਕਿ ਤੁਸੀਂ ਆਪਣੀ ਇਨਕਮ ਦੇ ਵਿੱਚ ਉਹਨੂੰ ਡਿਟੈਕਟ ਨਹੀਂ ਕਰ ਸਕਦੇ ਹੈਗੇ। ਪਰ ਇਹ ਹੁੰਦਾ ਹੈਗਾ ਕਿ ਜੇ ਤੁਸੀਂ ਇੰਟਰਸਟ ਪੇ ਕੀਤਾ ਹੈਗਾ, ਤਾਂ ਤੁਹਾਡੀ ਏਸੀਬੀ ਜ਼ਰੂਰ ਵੱਧ ਜਾਏਗੀ, ਕਿਉਂਕਿ ਜਿੰਨੀ ਜ਼ਿਆਦਾ ਤੁਹਾਡੀ ਏਸੀਬੀ ਹੋਏਗੀ, ਉਨਾ ਤੁਹਾਡਾ ਪਾਲਿਸੀ ਗੇਨ ਘੱਟ ਹੋਏਗਾ ਐਂਡ ਤੇ। ਦੈਟ ਮੀਨਸ ਕਿ ਤੁਹਾਡਾ ਟੈਕਸ ਘੱਟ ਬਣੇਗਾ। ਟੈਕਸ ਕਈਆਂ ਤੇ ਜਿਹੜਾ ਹੈਗਾ ਕਿ ਬਿਲਕੁਲ ਜਿਹੜਾ ਉਹ ਟੈਕਸ ਨਹੀਂ ਲੱਗਦਾ, ਜਿਹੜੀਆਂ ਕਿ ਪੁਰਾਣੀਆਂ ਪਾਲਿਸੀਆਂ ਸੀ, ਉਹਨਾਂ ਦੇ ਉੱਤੇ ਜਿਹੜਾ ਗਵਰਨਮੈਂਟ ਨੇ, ਕਿਉਂਕਿ ਰੂਲ ਨਹੀਂ ਸੀ ਕੋਈ ਹੈਗਾ, ਜਿੰਨਾ ਮਰਜ਼ੀ ਗੇਨ ਹੋ ਜਾਂਦਾ ਸੀ, ਕੋਈ ਏਸੀਬੀ ਦਾ ਕੋਈ ਚੱਕਰ ਨਹੀਂ ਸੀ। ਤੇ ਇਸ ਕਰਕੇ ਜਿਹੜਾ ਉਹ ਕਈ ਪਾਲਿਸੀਆਂ ਜਿਹੜੀਆਂ ਐਗਜ਼ੈਂਪਟ ਹੋ ਸੀ, ਪਰ ਬਾਅਦ 'ਚ ਜਿਹੜੀਆਂ ਨਾਨ ਐਗਜ਼ੈਂਪਟ ਪਾਲਿਸੀਜ਼ ਹੈਗੀਆਂ, ਇਹ ਤੁਸੀਂ ਪੜ੍ਹ ਦੇਣਾ। ਜੇ ਅਗਰ ਤੁਹਾਨੂੰ ਲੱਗੇ ਕਿ ਕੋਈ ਗੱਲ ਨਹੀਂ ਸਮਝ ਲੱਗੀ, ਤਾਂ ਤੁਸੀਂ ਮੈਨੂੰ ਈਮੇਲ ਕਰ ਦੇਣਾ, ਠੀਕ ਹੈ ਜੀ। ਸੋ ਇਹ ਆ ਗਿਆ ਵੀ ਡੀਮਡ ਡਿਸਪੋਜੀਸ਼ਨ। ਡਿਸਪੋਜੀਸ਼ਨ ਦਾ ਮਤਲਬ ਹੁੰਦਾ ਕਿ ਜਦੋਂ ਪਾਲਿਸੀ ਮੰਨ ਲਓ ਤੁਸੀਂ ਖਰੀਦੀ ਹੈਗੀ ਹੈ, ਹੁਣ ਉਹ ਪਾਲਿਸੀ ਨੂੰ ਤੁਸੀਂ ਸਰੈਂਡਰ ਕਰਦੇ ਹੋ ਜਾਂ ਕਿਸੇ ਦੇ ਨਾਂ 'ਤੇ ਟਰਾਂਸਫਰ ਕਰਦੇ ਹੈਗੇ ਹੋ, ਤੇ ਉਹਨੂੰ ਕਹਿ ਦਿੰਦੇ ਹੈਗੇ ਕਿ ਡਿਸਪੋਜੀਸ਼ਨ। ਤੇ ਹੁਣ ਹਰ ਇੱਕ ਗੌਰਮੈਂਟ ਇਹ ਵੇਖਦੀ ਹੈਗੀ ਹੈ ਕਿ ਬੰਦੇ ਨੂੰ ਇਨਕਮ ਕਿੱਥੋਂ ਹੋ ਰਹੀ ਹੈਗੀ ਹੈ, ਉਹਦੇ ਉੱਤੇ ਟੈਕਸ ਲਗਾਉਣਾ ਹੈ ਜਾਂ ਨਹੀਂ ਲਗਾਉਣਾ ਹੈਗਾ। ਉਹਦੇ ਜੋ ਇਨਕਮ ਟੈਕਸ ਬਣਿਆ ਕੈਨੇਡਾ ਦੇ ਵਿੱਚ, ਉਹਦੇ ਮੁਤਾਬਕ ਉਹ ਦੇਖਿਆ ਜਾਂਦਾ ਹੈਗਾ। ਹੁਣ ਜਦੋਂ ਵੀ ਕੋਈ ਇੰਸ਼ੋਰੈਂਸ ਪਾਲਿਸੀ ਡਿਸਪੋਜੀਸ਼ਨ ਹੁੰਦੀ ਹੈ, ਸਰੈਂਡਰ ਹੁੰਦੀ ਹੈ, ਜਾਂ ਤਾਂ ਲੋਨ ਲਿਆ ਜਾਂਦਾ ਹੈਗਾ, ਕਿਸੇ ਤਰ੍ਹਾਂ ਦੀ ਉਹਦੇ ਤੋਂ ਬੈਨੀਫਿਟ ਆਉਂਦਾ ਹੈਗਾ ਇੰਸ਼ੋਰੈਂਸ ਪਾਲਿਸੀ ਦੇ ਉੱਤੇ, ਗੌਰਮੈਂਟ ਉਹ 'ਤੇ ਵੇਖਦੀ ਹੈ ਕਿ ਆਪਾਂ ਇਹ 'ਤੇ ਟੈਕਸ ਲਗਾਉਣਾ ਜਾਂ ਨਹੀਂ ਲਗਾਉਣਾ। ਮੰਨ ਲਓ ਕਿ ਇੱਕ ਬੰਦੇ ਨੂੰ $1,00,000 ਜਿਹੜਾ ਹੈਗਾ ਵੀ ਪਾਲਿਸੀ ਦਾ ਆਇਆ, ਉਹਨੇ ਸਰੈਂਡਰ ਕੀਤੀ ਪਾਲਿਸੀ, ਤੇ $1,00,000 ਆਇਆ। ਹੁਣ $1,00,000 ਦੇ ਉੱਤੇ ਜਿਹੜਾ ਹੈਗਾ ਕਿ ਟੈਕਸ ਗੌਰਮੈਂਟ ਨੇ ਨਹੀਂ ਲਗਾ ਦੇਣਾ, ਉਹਦੇ ਵਿੱਚ ਏਸੀਬੀ ਕੱਢ ਦੇਣੀ ਹੈ। ਏਸੀਬੀ ਦਾ ਮਤਲਬ ਉਹਦੀ ਐਕਚੁਅਲੀ ਕਾਸਟ ਕਿੰਨੀ ਸੀ, ਠੀਕ ਹੈ। ਐਡਜਸਟਡ ਕਾਸਟ ਬੇਸ ਉਹਦਾ ਕਿੰਨਾ ਸੀ, ਦੈਟ ਮੀਨਸ ਐਕਚੁਅਲੀ ਉਹਦੀ ਕਾਸਟ ਉਹਦੇ 'ਤੇ ਕਿੱਦਾਂ ਪਈ। ਅਤੇ ਜਿਵੇਂ ਆਪਾਂ ਪਿੱਛੇ ਦੇਖਿਆ ਹੈਗਾ ਕਿ ਕਈ ਤਰੀਕੇ ਹੁੰਦੇ ਨੇ ਕਿ ਜਿਹੜਾ ਏਸੀਬੀ ਨੂੰ ਕੈਲਕੂਲੇਟ ਕਰਨ ਵਾਸਤੇ ਕਿਹੜੀਆਂ ਕਿਹੜੀਆਂ ਚੀਜ਼ਾਂ, ਕਿਹੜੇ ਕਿਹੜੇ ਖਰਚੇ ਉਹਦੇ ਵਿੱਚ ਐਡ ਕੀਤੇ ਜਾਂਦੇ ਨੇ। ਅਤੇ
ਇਹ ਜਿਹੜਾ ਗੇਨ ਹੁੰਦਾ ਪਾਲਿਸੀ ਦੇ ਉੱਤੇ, ਉਹਦੇ ਮੁਤਾਬਿਕ ਹੀ ਜਿਹੜਾ ਫਿਰ ਟੈਕਸ ਲੱਗਦਾ ਹੈ। ਤੇ ਬੜਾ ਇੰਟਰਸਟਿੰਗ ਜਿਹਾ ਹੈਗਾ ਵੀ ਟੈਕਸ ਕਦੋਂ ਲੱਗਦਾ, ਕਦੋਂ ਨਹੀਂ ਲੱਗਦਾ। ਤੇ ਜਿਹੜੀ ਮੈਂ ਤੁਹਾਨੂੰ ਗੱਲ ਸਮਝਾਈ ਹੈ, ਤੇ ਇਹ ਤੁਸੀਂ ਚੇਤੇ ਰੱਖਣੀ ਹੈ, ਤੇ ਬਾਕੀ ਆ ਤੁਸੀਂ ਪੜ੍ਹ ਲੈਣਾ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਵੀ ਟੈਕਸ ਲੱਗੇਗਾ ਜਾਂ ਨਹੀਂ ਲੱਗੇਗਾ। ਮੈਨੂੰ ਬਹੁਤਾ ਜਿਹੜਾ ਹੈ ਵੀ ਨਹੀਂ ਲੱਗਦਾ ਕਿ ਇਹ ਕੋਈ ਕੁਐਸਚਨ ਇਸ ਤਰ੍ਹਾਂ ਦਾ ਟੈਕਸ ਵਾਲਾ ਆਏਗਾ, ਪਰ ਫਿਰ ਵੀ ਅਗਰ ਤੁਸੀਂ ਪੜ੍ਹ ਲਓਗੇ ਤਾਂ ਤੁਹਾਨੂੰ ਸਮਝ ਲੱਗ ਜਾਏਗਾ। ਅੱਗੇ ਬੜੀਆਂ ਵਧੀਆ ਐਗਜ਼ਾਮਪਲਸ ਹੈਗੀਆਂ, ਤਾਂ ਐਗਜ਼ਾਮਪਲਸ ਪੜ੍ਹੋਗੇ ਤੁਹਾਨੂੰ ਕਲੀਅਰ ਹੋ ਜਾਏਗਾ। ਜਦੋਂ ਤੁਹਾਡੇ ਦਿਮਾਗ 'ਚ ਏਸੀ ਵੀ ਕਲੀਅਰ ਹੋ ਗਿਆ ਨਾ ਵੀ ਐਡਜਸਟਡ ਕਾਸਟ ਬੇਸ ਕੀ ਹੁੰਦਾ, ਨੈਟ ਗੇਨ ਕਿੱਦਾਂ ਕੱਢਿਆ ਜਾਂਦਾ ਹੈਗਾ, ਤਾਂ ਫਿਰ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਕਿ ਟੈਕਸ ਕਿੱਦਾਂ ਉਹਦਾ ਕੈਲਕੂਲੇਟ ਕਰਨਾ ਹੈਗਾ। ਫਿਰ ਇਹ ਆ ਜਾਂਦਾ ਕਿ ਪਾਲਿਸੀ ਜਿਹੜੀ ਤੁਸੀਂ ਸਰੈਂਡਰ ਕਰਦੇ ਹੋ ਜਾਂ ਓਨਰਸ਼ਿਪ ਟ੍ਰਾਂਸਫਰ ਕਰਦੇ ਹੈਗੇ ਹੋ, ਉਹ ਤੁਸੀਂ ਕਿਹਨੂੰ ਕਰਦੇ ਹੋ? ਆਪਣੇ ਬੱਚਿਆਂ ਨੂੰ ਕਰਦੇ ਹੋ, ਆਪਣੀ ਸਪਾਊਸ ਨੂੰ ਕਰਦੇ ਹੋ, ਜਾਂ ਕਿਸੇ ਥਰਡ ਪਾਰਟੀ ਨੂੰ ਕਰਦੇ ਹੈਗੇ ਹੋ। ਤੇ ਉਹਦੇ ਸਾਰੇ ਰੂਲ ਲਿਖੇ ਹੋਏ ਹੈਗੇ ਨੇ ਕਿ ਕਦੋਂ ਉਹ ਟੈਕਸ ਲੱਗੇਗਾ ਤੇ ਕਦੋਂ ਟੈਕਸ ਨਹੀਂ ਲੱਗੇਗਾ। ਤੇ ਇਹ ਸਾਰਾ ਤੁਸੀਂ ਦੇਖ ਲੈਣਾ। ਅਗਰ ਤੁਹਾਨੂੰ ਲੱਗਦਾ ਕਿ ਕਿਤੇ ਵੀ ਤੁਹਾਨੂੰ ਸਮਝ ਨਹੀਂ ਆ ਰਹੀ, ਯੂ ਆਰ ਮੋਸਟ ਵੈਲਕਮ ਟੂ ਸੈਂਡ ਮੀ ਐਨ ਈਮੇਲ ਐਟ satvinder.insurance@gmail.com ਤੇ ਸਤਵਿੰਦਰ ਵੀ ਨਾਲ ਪਾਉਣਾ ਜੀ, satvinder.insurance@gmail.com ਤੇ ਤੁਸੀਂ ਮੈਨੂੰ ਜਿਹੜਾ ਆਪਣਾ ਕੁਐਸਚਨ ਭੇਜੋ ਕਿ ਆ ਮੈਨੂੰ ਚੀਜ਼ ਸਮਝ ਨਹੀਂ ਆ ਰਹੀ, ਤੇ ਮੈਂ ਪੂਰੀ ਟਰਾਈ ਕਰਾਂਗਾ ਕਿ ਛੇਤੀ ਤੋਂ ਛੇਤੀ ਜਿਹੜਾ ਤੁਹਾਨੂੰ ਉਹਦਾ ਜਵਾਬ ਦੇ ਸਕਾਂ। ਤੇ ਇਹ ਵੀ ਐਗਜ਼ਾਮਪਲ ਤੁਸੀਂ ਪੜ੍ਹ ਲੈਣਾ। ਆਈ ਡੋਂਟ ਥਿੰਕ ਕਿ ਤੁਹਾਨੂੰ ਇਹ ਸਮਝ ਨਹੀਂ ਆਏਗਾ। ਜਿਵੇਂ ਤੁਸੀਂ ਪੜ੍ਹੋਗੇ ਤੁਹਾਨੂੰ ਜ਼ਰੂਰ ਸਮਝ ਆ ਜਾਏਗਾ। ਤੇ ਆਮ ਤੌਰ 'ਤੇ ਜਿਹੜਾ ਜਦੋਂ ਆਪਾਂ ਆਪਣੀ ਸਪਾਊਸ ਨੂੰ ਪਾਲਿਸੀ ਟ੍ਰਾਂਸਫਰ ਕਰਦੇ ਹਾਂ, ਤੇ ਉਹ ਸਾਰੀ ਦੀ ਸਾਰੀ ਜਿਹੜੀ ਹੈ ਅਮਾਊਂਟ ਉਹਦੀ ਸਪਾਊਸ ਨੂੰ ਮਤਲਬ ਕਿ ਰੋਲ ਓਵਰ ਹੋ ਜਾਂਦੀ ਹੈਗੀ ਆ। ਮੰਨ ਲਓ ਵੀ ACB ਵੀ ਜਿਹੜੀ ਆ ਉਹ ਵੀ ਸਪਾਊਸ ਨੂੰ ਹੋ ਜਾਂਦੀ ਹੈਗੀ ਆ। ਜਦੋਂ ਤੁਸੀਂ ਪਾਲਿਸੀ ਸਰੈਂਡਰ ਕਰਦੇ ਹੈਗੇ ਹੋ ਨਾ, ਉਦੋਂ ਬਾਅਦ ਜਿੰਨੀ ਜ਼ਿਆਦਾ ACB ਹੋਏਗੀ ਉਨਾ ਘੱਟ ਤੁਹਾਡਾ ਪਾਲਿਸੀ ਗੇਨ ਹੋਏਗਾ, ਤਾਂ ਉਨਾ ਹੀ ਜਿਹੜਾ ਘੱਟ ਤੁਹਾਨੂੰ ਟੈਕਸ ਦੇਣਾ ਪਏਗਾ। ਤੇ ਜਦੋਂ ਅਸੀਂ ਆਪਣੀ ਪਾਲਿਸੀ ਆਪਣੀ ਸਪਾਊਸ ਨੂੰ ਰੋਲ ਓਵਰ ਕਰਦੇ ਹਾਂ, ਤਾਂ ਉਹਦੀ ACB ਵੀ ਸਪਾਊਸ ਨੂੰ ਚਲੀ ਜਾਂਦੀ। ਦੈਟ ਮੀਨਸ ਕਿ ਮੰਨ ਲਓ ਅੱਗੇ ਜਾ ਕੇ ਸਪਾਊਸ ਨੂੰ ਜੇ $50,000 ਮਿਲਦਾ, ਤੇ ਜੇ ਉਹਦੇ ਹਸਬੈਂਡ ਨੇ ਪਹਿਲਾਂ 25,000 ਦੀ ACB ਸੀ ਜਦੋਂ ਉਹਨੇ ਟ੍ਰਾਂਸਫਰ ਕੀਤੀ, ਤੇ ACB ਮਾਈਨਸ ਹੋ ਜਾਏਗੀ, ਤੇ ਵਾਈਫ ਵੀ ਜਿਹੜੀ ਹੈਗੀ ਉਹ ਮਾਈਨਸ ਕਰ ਸਕਦੀ ਹੈਗੀ ਆ। ਪਰ ਅੱਗੇ ਇੱਕ ਬੜੀ ਵਧੀਆ ਇੰਟਰਸਟਿੰਗ ਚੀਜ਼ ਹੈਗੀ ਹੈ, ਜੇ ਤੁਸੀਂ ਨਹੀਂ ਚਾਹੁੰਦੇ ਹੈਗੇ ਕਿ ਮੇਰੀ ਵਾਈਫ ਨੂੰ ਜਾਂ ਮੇਰੇ ਸਪਾਊਸ ਨੂੰ ਜਿਹੜਾ ਹੈ ਕਿ ਉਹ ਰੋਲ ਓਵਰ ਨਾ ਹੋਵੇ ਐਡਜਸਟਡ ਕਾਸਟ ਬੇਸ, ਤਾਂ ਤੁਸੀਂ ਜੇ ਤੁਹਾਨੂੰ ਕਿਤੇ ਲਾਸ ਹੋਇਆ ਹੈਗਾ, ਜਿਵੇਂ ਐਗਜ਼ਾਮਪਲ ਹੈਗੀ ਸਾਹਮਣੇ, ਤੇ ਜੇ ਤੁਹਾਨੂੰ ਬਿਜ਼ਨਸ ਲਾਸ ਹੋਇਆ ਹੈਗਾ, ਤਾਂ ਤੁਸੀਂ ਆਪਣਾ ਜਿਹੜਾ ਗੇਨ ਹੈਗਾ ਉਹ ਆਪਣੀ ਲਾਸ ਦੇ ਵਿੱਚੋਂ ਮਾਈਨਸ ਕਰ ਸਕਦੇ ਹੋ, ਤੇ ਨੈਟ ਜਿਹੜਾ ਹੈਗਾ ਟੈਕਸ ਤੁਹਾਨੂੰ ਕੁਛ ਨਹੀਂ ਦੇਣਾ ਪਏਗਾ। ਤੇ ਇਹ ਡਿਪੈਂਡ ਕਰਦਾ ਹੈਗਾ, ਕਿਉਂਕਿ ਇਹ ਜਿਹੜਾ ਅਕਾਊਂਟਸ ਦਾ ਕੰਮ ਹੈਗਾ, ਟੈਕਸ ਦਾ ਕੰਮ ਹੈਗਾ, ਇਹ ਅਕਾਊਂਟੈਂਟਸ ਦਾ ਕੰਮ ਹੈਗਾ ਵੀ ਉਹਨਾਂ ਵੇਖਣਾ ਵੀ ਆਪਾਂ ਰੋਲ ਓਵਰ ਲੈਣਾ, ਸਪਾਊਸ ਨੂੰ ਦੇਣਾ ਜਾਂ ਨਹੀਂ ਦੇਣਾ ਹੈਗਾ। ਕਈ ਵਾਰੀ ਰੋਲ ਓਵਰ ਦੇਣ ਦਾ ਜਿਹੜਾ ਹੈਗਾ ਕਿ ਫਾਇਦਾ ਹੋ ਜਾਂਦਾ ਹੈਗਾ। ਵਾਈਫ ਜਦੋਂ ਵੀ ਸਰੈਂਡਰ ਪਾਲਿਸੀ ਕਰੇਗੀ ਤੇ ਉਹਨੂੰ ਟੈਕਸ ਘੱਟ ਦੇਣਾ ਪਏਗਾ। ਇਸੇ ਤਰ੍ਹਾਂ ਕਈ ਵਾਰੀ ਹੁੰਦਾ ਕਿ ਤੁਹਾਨੂੰ ਅੱਜ ਬਿਜ਼ਨਸ ਦੇ ਵਿੱਚ ਜਾਂ ਕੋਈ ਪਰਸਨਲ ਲਾਸ ਹੋਇਆ, ਤਾਂ ਉਹਦੇ ਵਿੱਚ ਤੁਸੀਂ ਮਾਈਨਸ ਕਰਨਾ ਆਪਣਾ ਜਿਹੜਾ ਵੀ ਤੁਹਾਡੀ ਗੇਨ ਪਾਲਿਸੀ ਗੇਨ ਹੈਗਾ, ਜਦੋਂ ਤੁਸੀਂ ਆਪਣੀ ਵਾਈਫ ਨੂੰ ਟ੍ਰਾਂਸਫਰ ਕਰ ਰਹੇ ਹੋ, ਤਾਂ ਤੁਹਾਨੂੰ ਅੱਜ ਉਹਦਾ ਫਾਇਦਾ ਹੋ ਸਕਦਾ। ਤੇ ਇਹ ਹਰ ਇੱਕ ਬੰਦੇ ਦਾ ਇੰਡੀਵਿਜੂਅਲ ਜਿਹੜਾ ਦੇਖਿਆ ਜਾਂਦਾ ਹੈ ਕਿ ਉਹਨੂੰ ਰੋਲ ਓਵਰ ਕਰਨ 'ਚ ਫਾਇਦਾ ਜਾਂ ਰੋਲ ਓਵਰ ਨਹੀਂ ਕਰਨ 'ਚ ਫਾਇਦਾ ਹੈਗਾ। ਇਹ ਤੁਸੀਂ ਜ਼ਰੂਰ ਪੜ੍ਹਨਾ, ਅਤੇ ਸਿੰਪਲ ਹੈਗਾ। ਇਸੇ ਤਰ੍ਹਾਂ ਬੱਚਿਆਂ ਨੂੰ ਜਿਹੜਾ ਹੈ ਟੈਕਸ ਕਿਸ ਤਰ੍ਹਾਂ ਅਫੈਕਟ ਕਰਦਾ ਹੈਗਾ, ਉਹਦੀ ਇੱਥੇ ਐਗਜ਼ਾਮਪਲਸ ਦਿੱਤੀਆਂ। ਕੋਈ ਜ਼ਿਆਦਾ ਕੋਈ ਟੇਢਾ ਫਾਰਮੂਲਾ ਨਹੀਂ ਹੈ ਜਿਹੜਾ ਕਿ ਮੈਂ ਸਮਝਾਵਾਂ, ਕਿਉਂਕਿ ਪੜ੍ਹਨਾ ਤੇ ਤੁਸੀਂ ਇੱਕ ਵਾਰੀ ਪੜ੍ਹ ਲਓਗੇ ਤੇ ਕਲੀਅਰ ਹੋ ਜਾਏਗਾ। ਸੋ ਦਿਸ ਇਜ਼ ਆਲਸੋ ਐਗਜ਼ਾਮਪਲ ਰਿਲੇਟਡ ਟੂ ਕਿਡਸ। ਜਦੋਂ ਵੀ ਪਾਲਿਸੀ ਓਨਰ ਦੀ ਡੈਥ ਹੁੰਦੀ ਆ, ਤੇ ਜਿਹੜਾ ਜੋ ਅਗਰ ਤੇ ਪਾਲਿਸੀ ਸਰੈਂਡਰ ਹੋ ਰਹੀ ਹੈਗੀ ਹੈ, ਖਤਮ ਹੋ ਰਹੀ ਹੈਗੀ ਹੈ, ਤੇ ਉਹ ਸਾਰੇ ਦੇ ਸਾਰੇ ਜਿਹੜੀ ਹੈ ਟੈਕਸ ਫ੍ਰੀ ਹੁੰਦੀ ਹੈਗੀ ਹੈ। ਪਰ ਕੁਛ ਪਾਲਿਸੀ ਇੱਦਾਂ ਦੀਆਂ ਹੁੰਦੀਆਂ ਜਿਵੇਂ ਲਾਸਟ ਟੂ ਡਾਈ ਪਾਲਿਸੀਜ਼ ਹੁੰਦੀਆਂ, ਉਹਦੇ ਵਿੱਚ ਜਿਹੜੇ ਆ ਉਹ ਇੰਪਲੀਕੇਸ਼ਨਸ ਜਿਹੜੇ ਆਉਂਦੇ ਨੇ ਹੈ ਟੈਕਸ ਦੇ, ਤੇ ਇਹ ਤੁਸੀਂ ਉਹਦਾ ਐਗਜ਼ਾਮਪਲ ਜਿਹੜੀਆਂ ਪੜ੍ਹ ਲੈਣੀਆਂ। ਕੰਟਿੰਜੈਂਟ ਪਾਲਿਸੀ ਓਨਰ ਇਹ ਹੁੰਦਾ
ਕਿ ਜਦੋਂ ਤੁਸੀਂ ਮੰਨ ਲਓ ਕਿ ਇੱਕ ਪਾਲਿਸੀ ਓਨਰ ਹੈਗਾ, ਜੇ ਪਾਲਿਸੀ ਓਨਰ ਦੀ ਡੈਥ ਹੋ ਜਾਂਦੀ ਆ ਤੇ ਉਹਦਾ ਅਗਲਾ ਜਿਹੜਾ ਹੈਗਾ ਵੀ ਉਹ ਪਾਲਿਸੀ ਓਨਰ ਕੌਣ ਬਣੇਗਾ। ਦੈਟ ਮੀਨਸ ਕੌਣ ਡਿਸਾਈਡ ਕਰੇਗਾ ਕਿ ਉਹਦਾ ਬੈਨੀਫੀਸ਼ੀਅਰੀ ਕੌਣ ਹੋਣਾ ਚਾਹੀਦਾ, ਪਾਲਿਸੀ ਨੂੰ ਸਰੈਂਡਰ ਕਰਨਾ ਜਾਂ ਕੰਟੀਨਿਊ ਰੱਖਣਾ, ਉੱਤੇ ਲੋਨ ਲੈਣਾ, ਉਹ ਸਾਰਾ ਪਾਲਿਸੀ ਹੋਲਡਰ ਜਿਹੜਾ ਉਹਦੇ ਕੰਟਰੋਲ ਦੇ ਵਿੱਚ ਹੁੰਦਾ, ਉਹਦੇ ਰਾਈਟਸ ਹੁੰਦੇ ਹੈਗੇ ਆ। ਇਹ ਬੱਚਿਆਂ ਨੂੰ ਰੋਲ ਓਵਰ ਕਿਸ ਤਰ੍ਹਾਂ ਹੁੰਦਾ ਹੈਗਾ, ਅਤੇ ਇਹ ਜਿਵੇਂ ਟੈਕਸੇਸ਼ਨ ਆਫ ਲਾਈਫ ਇੰਸ਼ੋਰੈਂਸ ਸਟ੍ਰੈਟਜੀਜ਼, ਵੀ ਕਿਸ ਤਰ੍ਹਾਂ ਤੁਸੀਂ ਜਿਹੜਾ ਕਿ ਪਲੈਨਿੰਗ ਕਰ ਸਕਦੇ ਹੈਗੇ ਹੋ ਕਿ ਤੁਹਾਨੂੰ ਘੱਟ ਤੋਂ ਘੱਟ ਟੈਕਸ ਦੇਣਾ ਪਵੇ, ਉਹਦੇ ਬਾਰੇ ਇੱਥੇ ਅੱਗੇ ਜਿਹੜਾ ਦੱਸਿਆ ਹੋਇਆ। ਅਤੇ ਤੁਸੀਂ ਕੋਲੈਟਰਲ ਦਾ ਮਤਲਬ ਇਹ ਹੁੰਦਾ ਕਿ ਜਦੋਂ ਮੰਨ ਲਓ ਗਹਿਣੇ ਆਪਾਂ ਕੋਈ ਚੀਜ਼ ਇੱਕ ਸ਼ੋਰਟੀ ਵਾਸਤੇ ਕੋਈ ਚੀਜ਼ ਦੇ ਦਿੱਤੀ ਅਤੇ ਉਹਦੇ ਅਗੇਂਸਟ ਆਪਾਂ ਅਮਾਊਂਟ ਲੈ ਲੈਂਦੇ ਹਾਂ, ਲੋਨ ਲੈ ਲੈਂਦੇ, ਉਹਨੂੰ ਕੋਲੈਟਰਲ ਕਹਿੰਦੇ ਹੈਗੇ ਨੇ। ਮੰਨ ਲਓ ਕਿ ਮੇਰੀ ਪਾਲਿਸੀ ਦੇ ਵਿੱਚ $1,00,000 ਕੈਸ਼ ਸਰੈਂਡਰ ਵੈਲਿਊ ਹੈਗੀ ਅੱਜ ਦੀ ਡੇਟ ਵਿੱਚ, ਮੈਨੂੰ ਮੰਨ ਲਓ 30-25 ਹਜ਼ਾਰ ਚਾਹੀਦਾ ਹੈਗਾ, ਅਤੇ ਮੈਂ ਬੈਂਕ ਕੋਲ ਜਾਂਦਾ ਕਿ ਮੈਨੂੰ 25,000 ਲੋਨ ਚਾਹੀਦਾ, ਅਤੇ ਉਹ ਕਹਿਣਗੇ ਅਸੀਂ ਤੈਨੂੰ ਲੋਨ ਕਿਉਂ ਦੇਈਏ, ਸਾਡੇ ਕੋਲ ਸਿਕਿਉਰਿਟੀ ਤਾਂ ਕੋਈ ਰੱਖ। ਤਾਂ ਮੈਂ ਆਪਣੀ ਪਾਲਿਸੀ ਉਹਨਾਂ ਨੂੰ ਦੇ ਦਿੰਦਾ ਹੈਗਾ, ਅਤੇ ਉਹ ਪਾਲਿਸੀ ਦੇ ਉੱਤੇ ਉਹਨਾਂ ਦਾ ਨਾਂ ਜਿਹੜਾ ਚੜ੍ਹ ਜਾਂਦਾ ਹੈਗਾ, ਅਤੇ ਉਹਨੂੰ ਕਹਿੰਦੇ ਕੋਲੈਟਰਲ। ਵੀ ਜੇ ਮੰਨ ਲਓ ਕੱਲ੍ਹ ਮੈਂ ਪਾਲਿਸੀ ਸਰੈਂਡਰ ਕਰਦਾ ਤਾਂ ਇੰਸ਼ੋਰੈਂਸ ਕੰਪਨੀ ਵਾਲੇ ਪਹਿਲਾਂ ਬੈਂਕ ਦਾ ਪੈਸਾ ਦੇਣਗੇ, ਅਤੇ ਫਿਰ ਜਿਹੜਾ ਬਾਕੀ ਬਚਦਾ ਪੈਸਾ ਮੈਨੂੰ ਦੇਣਗੇ। ਦੈਟ ਇਜ਼ ਕਾਲ ਕੋਲੈਟਰਲ। ਅਤੇ ਕੋਲੈਟਰਲ ਜਿਹੜਾ ਬੈਂਕ ਤੋਂ ਜਾਂ ਕਿਸੇ ਪ੍ਰਾਈਵੇਟ ਸੰਸਥਾ ਤੋਂ, ਪ੍ਰਾਈਵੇਟ ਪਰਸਨ ਤੋਂ, ਜਾਂ ਤੁਸੀਂ ਕਿਸੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਕੋਲ ਜਿਹੜਾ ਪੈਸੇ ਲੈ ਸਕਦੇ ਹੈਗੇ ਹੋ। ਉਹ ਪੈਸੇ ਲੈਣ ਦਾ ਜਿਹੜਾ ਤੁਸੀਂ ਬਿਜ਼ਨਸ ਵਾਸਤੇ ਵੀ ਜਿਹੜਾ ਲੈ ਸਕਦੇ ਹੈਗੇ ਹੋ। ਅਤੇ ਪ੍ਰੀਮੀਅਮ ਕਦੋਂ ਡਿਡਕਟ ਹੋ ਸਕਦੇ ਨੇ ਤੁਹਾਡੇ ਬਿਜ਼ਨਸ ਦੇ ਐਕਸਪੈਂਸਿਸ ਦੇ ਵਿੱਚੋਂ, ਉਹਦੇ ਬਾਰੇ ਇੱਥੇ ਮੈਨਸ਼ਨ ਕੀਤਾ ਗਿਆ ਹੈਗਾ। ਐਨੋਟਾਈਜ਼ਿੰਗ ਦਾ ਕੈਸ਼ ਸਰੈਂਡਰ ਵੈਲਿਊ, ਐਨੋਟਾਈਜ਼ਿੰਗ ਦਾ ਮਤਲਬ ਉਹਦੀ ਪੈਨਸ਼ਨ ਵਾਲੀ, ਮੰਨ ਲਓ ਕਿ ਬੰਦੇ ਦਾ $5,00,000 ਜਿਹੜਾ ਹੈ, $2.5 ਲੱਖ, $3 ਲੱਖ, ਐਨੀ ਅਮਾਊਂਟ ਕੈਸ਼ ਸਰੈਂਡਰ ਵੈਲਿਊ ਹੈਗੀ ਆ, ਅਤੇ ਉਹ ਬੰਦਾ ਸੋਚਦਾ ਕਿ ਮੈਨੂੰ ਤਾਂ ਪੈਨਸ਼ਨ ਚਾਹੀਦੀ ਹੈ, ਅਤੇ ਉਹ ਬੰਦਾ ਜਿਹੜੀ ਕੈਸ਼ ਸਰੈਂਡਰ ਵੈਲਿਊ 'ਤੇ ਆਪਣੀ ਪੈਨਸ਼ਨ ਲਗਵਾ ਸਕਦਾ ਹੈਗਾ, ਐਨੂਟੀ ਲਵਾ ਸਕਦਾ ਹੈਗਾ। ਅਤੇ ਐਨੂਟੀ ਦਾ ਕੀ ਹੁੰਦਾ ਕਿ ਰੈਗੂਲਰ ਤੁਹਾਨੂੰ ਮੰਥਲੀ ਪੈਸੇ ਮਿਲਦੇ ਰਹਿਣਗੇ। ਅਤੇ ਬੇਸਿਕਲੀ ਇਨਕਮ ਟੈਕਸ ਇਹਨੂੰ ਕਿਸ ਤਰ੍ਹਾਂ ਦੇਖਦਾ ਕਿ ਜਦੋਂ ਤੁਸੀਂ ਐਨੂਟੀ ਦੇ ਵਿੱਚ ਕਨਵਰਟ ਕਰਦੇ ਹੋ ਲਾਈਫ ਇੰਸ਼ੋਰੈਂਸ ਦੀ ਜਿਹੜੀ ਕੈਸ਼ ਸਰੈਂਡਰ ਵੈਲਿਊ, ਤਾਂ ਉਹਨੂੰ ਡਿਸਪੋਜੀਸ਼ਨ ਮੰਨਦਾ। ਦੈਟ ਮੀਨਸ ਕਿ ਉਹ ਸਮਝਦਾ ਕਿ ਤੁਸੀਂ ਪਾਲਿਸੀ ਬੰਦ ਕਰਾ ਦਿੱਤੀ, ਅਤੇ ਉਹਦੇ 'ਤੇ ਹੁਣ ਕੋਸਟ ਕਿੰਨੀ ਸੀ, ਪਾਲਿਸੀ ਗੇਨ ਕਿੰਨਾ ਹੈਗਾ, ਬਾਕੀ ਜਿਹੜੀ ਗੇਨ ਹੈਗਾ ਉਹਦੇ ਉੱਤੇ ਜੋ ਵੀ ਟੈਕਸ ਬਣਦਾ ਹੈਗਾ ਉਹ ਤੁਹਾਨੂੰ ਦੇਣੇ ਪੈਣਾ ਹੈਗਾ। ਅਤੇ ਜਿਹੜੀ ਬਾਕੀ ਜਿਹੜੀ ਅਮਾਊਂਟ ਬਚਦੀ ਹੈ, ਤੁਸੀਂ ਜਿਹੜੀ ਅਮਾਊਂਟ ਹੈਗੀ ਹੈ ਉਹਦੇ ਉੱਤੇ ਤੁਸੀਂ ਭਾਵੇਂ ਐਨੂਟੀ ਬਣਾ ਲਓ, ਪਰ ਜਿਹੜਾ ਪਾਲਿਸੀ ਗੇਨ ਹੈ ਉਹਦੇ ਉੱਤੇ ਤੁਹਾਨੂੰ ਟੈਕਸ ਦੇਣੇ ਪੈਂਦਾ ਹੈਗਾ। ਸੋ ਇਹ ਦੂਜੇ ਤਰੀਕੇ ਦੱਸੇ ਨੇ ਕਿ ਜੇ ਤੁਸੀਂ ਪਾਰਸ਼ੀਅਲ ਸਰੈਂਡਰ ਕਰਦੇ ਹੈਗੇ ਹੋ, ਜਾਂ ਆਪਣੀ ਪਾਲਿਸੀ ਨੂੰ ਰਿਟਾਇਰਮੈਂਟ ਦੇ ਪਲੈਨਿੰਗ ਦੇ ਵਿੱਚ ਯੂਜ਼ ਕਰਦੇ ਹੈਗੇ ਹੋ। ਕੋਲੈਟਰਲਾਈਜ਼ੇਸ਼ਨ ਦਾ ਕੈਸ਼ ਸਰੈਂਡਰ ਵੈਲਿਊ, ਜੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈਗਾ ਕਿ ਤੁਹਾਨੂੰ ਅਗਰ ਲੱਗਦਾ ਕਿ ਮੈਨੂੰ ਮੰਥਲੀ ਇਨਕਮ ਚਾਹੀਦੀ ਹੈ, ਐਨੂਅਲ ਇਨਕਮ ਚਾਹੀਦੀ ਹੈਗੀ ਹੈ, ਤਾਂ ਤੁਸੀਂ ਆਪਣੀ ਕੈਸ਼ ਸਰੈਂਡਰ ਵੈਲਿਊ ਦੇ ਅਗੇਂਸਟ ਜਿਹੜਾ ਮੰਨ ਲਓ ਕਿ ਬੰਦੇ ਦੇ $2 ਲੱਖ ਹੈਗੇ ਆ, ਅਤੇ ਉਹਨੂੰ ਹਰ ਮਹੀਨੇ ਕੈਸ਼ ਸਰੈਂਡਰ ਵੈਲਿਊ $2 ਲੱਖ ਹੈਗੀ, ਉਹਨੂੰ ਕੈਸ਼ ਜਿਹੜਾ ਚਾਹੀਦਾ ਹਰ ਮਹੀਨੇ $1,000 ਕੈਸ਼ ਚਾਹੀਦਾ, ਅਤੇ ਉਹ ਕਿਸੇ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਵਿੱਚ ਜਿਹੜਾ ਹੈ ਆਪਣੀ ਪਾਲਿਸੀ ਦੇ ਦੇ, ਤਾਂ ਉਹਨਾਂ ਨੂੰ ਕਹੇ ਕਿ ਇੱਕ $1,000 ਮੇਰੇ ਤੁਸੀਂ ਖਾਤੇ 'ਚ ਪਾਈ ਜਾਓ। ਤਾਂ ਇਸ ਤਰ੍ਹਾਂ ਦਾ ਅਰੇਂਜਮੈਂਟ ਵੀ ਹੋ ਸਕਦਾ ਹੈਗਾ। ਦੈਟ ਮੀਨਸ ਕਿ ਇੰਸ਼ੋਰੈਂਸ ਪਾਲਿਸੀ ਦਾ ਬਹੁਤ ਫਾਇਦਾ ਹੁੰਦਾ ਅਗਰ ਤੁਹਾਡੇ ਕੋਲ ਇੰਸ਼ੋਰੈਂਸ ਪਾਲਿਸੀ ਹੈਗੀ ਹੈ, ਅਤੇ ਦੈਨ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਆਪਣੇ ਬੈਨੀਫਿਟ ਵਾਸਤੇ। ਚੈਰੀਟੇਬਲ ਗਿਵਿੰਗ, ਕਿ ਕੁਛ ਲੋਕ ਕੀ ਕਰਦੇ ਨੇ ਕਿ ਪਾਲਿਸੀ ਲੈ ਲਈ, ਮੰਨ ਲਓ ਉਹਨੇ $1,00,000 ਦੀ ਪਾਲਿਸੀ ਲੈ ਲਈ, ਅਤੇ ਕਿਹਾ ਕਿ ਮੈਂ ਚੈਰਿਟੀ ਵਾਲਿਆਂ ਨੂੰ ਜਿਹੜੇ ਆ ਕਿਸੇ ਵੀ ਆਪਣੀ ਚੈਰਿਟੀ ਨੂੰ ਮੈਂ ਦੇਣੇ ਹੈਗੇ ਆ, ਕਿਸੇ ਵੀ ਅੱਛੀ ਜਿਹੜੀ ਚੈਰੀਟੇਬਲ ਕੰਮ ਕਰਦੀ ਹੈ, ਅਤੇ ਉਹਨੂੰ ਮੈਂ ਦੇਣੇ ਹੈਗੇ ਆ। ਅਤੇ ਜੇ ਤਾਂ ਉਹਦੀ ਡੈਥ ਦੇ ਬਾਅਦ 'ਚ ਪੈਸੇ ਮਿਲਦੇ ਨੇ, ਅਤੇ ਉਹ 100% ਟੈਕਸ ਫਰੀ ਹੁੰਦੇ ਨੇ ਟੂ ਦਾ ਚੈਰਿਟੀ, ਜਿਹੜਾ ਵੀ ਰਿਸੀਵਰ ਹੈਗਾ। ਪਰ ਜਿਹੜਾ ਤੁਸੀਂ ਪ੍ਰੀਮੀਅਮ ਪੇ ਕਰ ਰਹੇ ਹੈਗੇ ਹੋ, ਜੇ ਤੁਸੀਂ ਬੈਨੀਫੀਸ਼ੀਅਰੀ ਬਣਾਇਆ ਹੈਗਾ ਆਪਣੀ ਪਾਲਿਸੀ ਦਾ, ਤਾਂ ਜਿਹੜਾ ਤੁਸੀਂ ਪ੍ਰੀਮੀਅਮ ਪੇ ਕਰਦੇ ਹੈਗੇ ਹੋ, ਉਹ ਤੁਹਾਡਾ ਜਿਹੜਾ ਉਹ ਚੈਰਿਟੀ ਦੇ ਵਿੱਚ ਕਾਊਂਟ ਹੋ ਜਾਂਦਾ, ਉਹਨੂੰ ਟੈਕਸ ਕ੍ਰੈਡਿਟ ਜਿਹੜਾ ਮਿਲਦਾ ਹੈਗਾ। ਡੋਨੇਸ਼ਨ ਟੈਕਸ ਕ੍ਰੈਡਿਟ ਜਿਹੜਾ ਹੁੰਦਾ ਉਹ ਤੁਸੀਂ ਲੈ ਸਕਦੇ ਹੋ। ਮੰਨ ਲਓ ਕਿ $100 ਤੁਸੀਂ ਮਹੀਨੇ ਦਾ ਪੇ ਕਰਦੇ ਹੈਗੇ ਹੋ ਆਪਣੀ ਪਾਲਿਸੀ ਵਾਸਤੇ, ਜਿਹੜੀ ਕਿ ਤੁਸੀਂ ਚੈਰਿਟੀ ਨੂੰ ਦੇਣੀ ਹੈਗੀ ਆ, ਤਾਂ ਉਹ $100 ਮਹੀਨੇ ਦਾ, ਜਿੰਨਾ $1,200 ਬਣਦਾ, ਉਹ 'ਚ ਟੈਕਸ ਕ੍ਰੈਡਿਟ ਹੈਗਾ ਤੁਸੀਂ ਲੈ ਸਕਦੇ ਹੈਗੇ ਹੋ। ਅਤੇ ਅੱਗੇ ਸਾਰੀ ਕੈਲਕੂਲੇਸ਼ਨ ਦੱਸੀਆਂ ਵੀ ਕਿੰਨੇ ਅਮਾਊਂਟ ਦੇ ਜਿਹੜਾ ਕਿੰਨਾ ਟੈਕਸ ਕ੍ਰੈਡਿਟ ਮਿਲਦਾ ਹੈਗਾ।
ਤੇ ਕਈ ਵਾਰੀ ਕੀ ਹੁੰਦਾ ਕਿ ਤੁਹਾਡੇ ਕੋਲ ਪਹਿਲਾਂ ਪਾਲਿਸੀ ਕੋਈ ਪਈ ਹੈਗੀ ਆ, ਉਹਨੂੰ ਤੁਸੀਂ ਹੁਣ ਸੋਚਿਆ ਤਾਂ ਮੈਂ ਇਹਨੂੰ ਜਿਹੜਾ ਚੈਰਿਟੀ ਵਾਲਿਆਂ ਨੂੰ ਦੇਣੇ ਹੈਗੇ ਨੇ। ਤੇ ਉਹਦੇ 'ਚ ਕੀ ਹੋਏਗਾ ਕਿ ਜਦੋਂ ਤੁਸੀਂ ਚੈਰਿਟੀ ਨੂੰ ਦਿੰਦੇ ਹੋ ਤੇ ਇਨਕਮ ਟੈਕਸ ਇਹ ਸਮਝਦਾ ਕਿ ਤੁਸੀਂ ਪਾਲਿਸੀ ਸਰੈਂਡਰ ਕਰ ਦਿੱਤੀ। ਤੇ ਜਿਹੜੀ ਤੁਸੀਂ ਪਾਲਿਸੀ ਸਰੈਂਡਰ ਕੀਤੀ ਜਿੰਨਾ ਤੁਹਾਡਾ ACB ਸੀ, ਉਹਦਾ ਵੀ ਤੁਸੀਂ ਟੈਕਸ ਕ੍ਰੈਡਿਟ ਲੈ ਸਕਦੇ ਹੈਗੇ ਹੋ। ਪਲੱਸ ਅੱਗੇ ਤੋਂ ਜਿਹੜੇ ਉਹਦੇ ਮੰਥਲੀ ਪ੍ਰੀਮੀਅਮ ਪੇ ਕਰਨੇ ਨੇ, ਉਹ ਵੀ ਜਿਹੜੇ ਨੇ ਕਿ ਤੁਸੀਂ ਉਹਦਾ ਵੀ ਟੈਕਸ ਕ੍ਰੈਡਿਟ ਲੈ ਸਕਦੇ ਹੈਗੇ ਹੋ। ਇਹ ਐਗਜ਼ਿਸਟਿੰਗ ਪਾਲਿਸੀ ਅਗਰ ਤੁਸੀਂ ਚੈਰਿਟੀ ਨੂੰ ਉਹ ਕਰਦੇ ਹੈਗੇ ਹੋ, ਅਸਾਈਨ ਕਰਦੇ ਹੋ, ਤਾਂ ਉਹਦਾ ਟੈਕਸ ਕ੍ਰੈਡਿਟ ਕਿਸ ਤਰ੍ਹਾਂ ਦਾ ਮਿਲਦਾ ਹੈਗਾ, ਉਹ ਇੱਥੇ ਐਗਜ਼ਾਮਪਲ ਉਹਨਾਂ ਨੇ ਦੱਸੀ ਹੋਈ ਹੈਗੀ ਆ। ਅਤੇ ਆਪਣੀ ਜਿਹੜੇ ਵੀ ਤੁਸੀਂ ਚੈਰਿਟੀ ਨੂੰ ਪੈਸੇ ਦੇਣੇ ਨੇ, ਉਹ ਤੁਸੀਂ ਦੇ ਸਕਦੇ ਹੈਗੇ ਹੋ, ਉਹਨੂੰ ਨੋਮੀਨੀ ਬਣਾ ਸਕਦੇ ਹੋ, ਬੈਨੀਫੀਸ਼ੀਅਰੀ ਬਣਾ ਸਕਦੇ ਹੈਗੇ ਹੋ। ਚੈਰਿਟੀ ਵਾਲਾ ਜਿਹੜਾ ਹੈਗਾ ਉਦੋਂ ਹੀ ਉਹਨੂੰ ਮੰਨਿਆ ਜਾਂਦਾ ਜਦੋਂ ਤੁਸੀਂ ਬੈਨੀਫੀਸ਼ੀਅਰੀ ਇਰਰੈਵੋਕੇਬਲ ਬਣਾਉਂਦੇ ਹੋ। ਦੈਟ ਮੀਨਸ ਕਿ ਤੁਸੀਂ ਉਹਨੂੰ ਚੇਂਜ ਨਹੀਂ ਕਰ ਸਕਦੇ ਹੈਗੇ, ਵੀ ਉਹ ਪੱਕੇ ਤੌਰ 'ਤੇ ਜਿਹੜਾ ਉਹ ਪੱਕਾ ਹੀ ਹੈ। ਵੀ ਇਹ ਨਹੀਂ ਕਿ ਅੱਜ ਇਮੋਸ਼ਨਲ ਸੀ ਕਿ ਤੁਸੀਂ ਸੋਚਿਆ ਯਾਰ ਮੈਂ ਇਸ ਚੈਰਿਟੀ ਨੂੰ $1 ਮਿਲੀਅਨ ਦੀ ਪਾਲਿਸੀ ਜਿਹੜੀ ਹੈ ਸਾਈਨ ਕਰਦਾ, ਅਤੇ 2-4-6 ਮਹੀਨਿਆਂ ਬਾਅਦ ਉਸੇ ਚੈਰਿਟੀ ਦੀ ਕੋਈ ਖਬਰ ਸੁਣੀ ਅਤੇ ਤੁਸੀਂ ਜਿਹੜਾ ਹੈਗਾ ਆਪਣਾ ਡਿਸੀਜਨ ਚੇਂਜ ਕਰ ਲਓ। ਅਤੇ ਨਹੀਂ ਫਿਰ ਤੁਸੀਂ ਟੈਕਸ ਕ੍ਰੈਡਿਟ ਨਹੀਂ ਲੈ ਸਕਦੇ ਹੈਗੇ। ਤੁਹਾਨੂੰ ਜਿਹੜਾ ਬੈਨੀਫੀਸ਼ੀਅਰੀ ਸਾਈਨ ਕਰਨਾ ਤੁਸੀਂ, ਉਹ ਇਰਰੈਵੋਕੇਬਲ ਹੋਣਾ ਚਾਹੀਦਾ ਹੈਗਾ। ਅਤੇ ਜਿਹੜੀ ਪਾਲਿਸੀ ਆ, ਆਪਾਂ ਕੋਈ ਵੀ ਪਾਲਿਸੀ ਲੈਣੀ ਹੈਗੀ ਆ, ਅਤੇ ਜਦੋਂ ਤੁਹਾਡੀ ਡੈਥ ਹੁੰਦੀ ਹੈ ਜਿਹੜੇ ਪੈਸੇ ਮਿਲਦੇ ਨੇ ਤੁਹਾਡੇ ਬੈਨੀਫੀਸ਼ੀਅਰੀ ਨੂੰ, ਉਹ ਜਿਹੜੇ ਟੈਕਸ ਲਾਇਬਿਲਿਟੀਜ਼ ਬਣਦੀਆਂ ਹੈਗੀਆਂ ਉਹਨਾਂ ਨੂੰ ਪੇ ਕਰਨ ਵਾਸਤੇ ਵੀ ਜਿਹੜਾ ਉਹ ਯੂਜ਼ ਕੀਤਾ ਜਾ ਸਕਦਾ ਹੈਗਾ। ਅਤੇ ਕਿਉਂਕਿ ਟੈਕਸ ਜਿਹੜਾ ਡੈਥ ਕਲੇਮ ਹੈਗਾ ਉਹ ਟੋਟਲੀ ਟੈਕਸ ਫਰੀ ਹੁੰਦਾ, ਪਰ ਹੋਰ ਕਈ ਚੀਜ਼ਾਂ ਦੇ ਉੱਤੇ ਜਿਹੜਾ ਹੈਗਾ ਟੈਕਸ ਲੱਗਦਾ। ਤੁਹਾਡੀ ਪ੍ਰਾਪਰਟੀ ਦੇ ਉੱਤੇ, ਤੁਹਾਡੀ ਸੈਕੰਡਰੀ ਪ੍ਰਾਪਰਟੀ ਦੇ ਉੱਤੇ, ਤੁਹਾਡੇ RRSP ਦੇ ਸੀ, ਜਾਂ ਹੋਰ ਕੋਈ ਵੀ ਤੁਹਾਡਾ ਕੋਈ ਐਸਟ ਸੀ, ਉਹਦੇ ਉੱਤੇ ਟੈਕਸ ਲੱਗਣੇ। ਅਤੇ ਤੁਹਾਡੀ ਫੈਮਿਲੀ ਜਿਹੜੀ ਆ, ਅਗਰ ਤੁਸੀਂ ਇੰਸ਼ੋਰੈਂਸ ਲਈ ਹੈ ਅਤੇ ਉਹ ਤੁਹਾਡੀ ਡੈਥ ਤੋਂ ਬਾਅਦ 'ਚ ਉਹ ਟੈਕਸ ਜਿਹੜੀਆਂ ਲਾਇਬਿਲਿਟੀਜ਼ ਬਣੀਆਂ ਉਹਨਾਂ ਨੂੰ ਪੇ ਕਰਨ ਵਾਸਤੇ ਉਹਨੂੰ ਯੂਜ਼ ਕਰ ਸਕਦੀ ਹੈ। ਤਾਂ ਦੋਸਤੋ ਇਹ ਸੀ ਚੈਪਟਰ 7, ਕਾਫੀ ਲੰਬਾ ਚੈਪਟਰ ਸੀ, ਔਰ ਮੈਨੂੰ ਲੱਗਦਾ ਕਿ ਸਭ ਤੋਂ ਲੰਬਾ ਚੈਪਟਰ, ਸਭ ਤੋਂ ਜਿਹੜਾ ਹੈ ਵੀ ਕਨਫਿਊਜ਼ਨ ਵਾਲਾ ਚੈਪਟਰ ਇਹੀ ਹੈਗਾ, ਚੈਪਟਰ 7। ਅਤੇ ਕੋਸ਼ਿਸ਼ ਮੈਂ ਕੀਤੀ ਹੈ, ਪਰ ਜੇ ਇਹਦੇ 'ਚ ਇੱਕੋ ਚੀਜ਼ ਸਮਝਣੀ ACB, ਠੀਕ ਹੈ। ACB ਨੂੰ ਤੁਸੀਂ ਸਮਝ ਗਏ ਅਤੇ ਇਹ ਚੈਪਟਰ ਤੁਹਾਨੂੰ ਸੌਖਾ ਲੱਗੇਗਾ ਅਤੇ ਤੁਹਾਨੂੰ ਕੌਨਫੀਡੈਂਸ ਵੀ ਜ਼ਿਆਦਾ ਆਏਗਾ ਟੈਸਟ ਕਰਨ ਦੇ ਵਿੱਚ। ਸੋ ਆਸ ਹੈ ਕਿ ਤੁਹਾਨੂੰ ਕੁਛ ਨਾ ਕੁਛ ਇਹਦੇ 'ਚ ਹੈਲਪ ਜ਼ਰੂਰ ਮਿਲੀ ਹੋਏਗੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਅਤੇ ਅਗਲੇ ਚੈਪਟਰ 8 ਦੇ ਵਿੱਚ ਮਿਲਦੇ ਹਾਂ ਜੀ।